ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਪਰ ਅੱਜ ਕਿਉਂਕਿ ਵਰਲਡ ਵਾਈਡ ਖੇਡਾਂ ਦਾ ਮਾਹੌਲ ਹੈ, ਸਪੋਰਟਸ ਸਪਿਰਿਟਸ ਜਿਹੜਾ ਲੋਕਾਂ ਦਾ ਸਪਿਰਿਟ ਹੈ ਜਿਹੜਾ ਉਹ ਲੋਕਾਂ ਦਾ ਇੱਕ ਵਾਰ ਫਿਰ ਤੋਂ ਜਾਗ ਉੱਠਿਆ ਕਿਉਂਕਿ ਫੀਫਾ ਸ਼ੁਰੂ ਹੋ ਚੁੱਕਿਆ ਹੈ। ਹਰ ਨੌਜਵਾਨ ਵਰਗ ਦੇ ਵਿੱਚ ਇਹਨੂੰ ਲੈ ਕੇ ਖਾਸ ਧੜਕਣਾਂ ਨੇ, ਪਰ ਖੇਡਾਂ ਦੇ ਪ੍ਰੇਮੀ ਦੁਨੀਆ ਦੇ ਹਰ ਕੋਨੇ ਹਰ ਹਿੱਸੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ 3-4 ਸਵਾਲ ਫੀਫਾ ਨੂੰ ਲੈ ਕੇ ਤੁਹਾਡੇ ਲਈ ਛੱਡ ਰਹੇ ਹਾਂ ਕਿ ਫੀਫਾ ਦੇ ਵਿੱਚ ਤੁਹਾਡੀ ਕਿੰਨੀ ਕੁ ਦਿਲਚਸਪੀ ਰਹਿੰਦੀ ਹੈ, ਕਿਹੜੀ ਟੀਮ ਤੁਹਾਡੀ ਫੇਵਰੇਟ ਹੈ, ਕਿਹੜੀ ਟੀਮ ਦਾ ਕਿਹੜਾ ਪਲੇਅਰ ਤੁਹਾਨੂੰ ਚੰਗਾ ਲੱਗਦਾ ਤੇ ਉਹਦਾ ਕਾਰਨ ਕੀ ਹੈ, ਤੇ ਨਾਲੋਂ ਨਾਲ ਇਹ ਵੀ ਜ਼ਰੂਰ ਦੱਸਦੇ ਚੱਲੋ ਕਿ ਯੂਐਸ ਦੀ ਜਿਹੜੀ ਟੀਮ ਆ ਉਹਦੇ ਵਿੱਚ ਤੁਹਾਨੂੰ ਕਿਹੜੇ ਪਲੇਅਰ ਵਧੀਆ ਲੱਗਦੇ ਆ। ਜਿੱਤਣਾ ਇੱਕ ਨਹੀਂ ਹੈ, ਭਾਵੇਂ 32 ਟੀਮਾਂ ਭਿੜ ਰਹੀਆਂ ਨੇ, ਕਿੰਨੀਆਂ ਮਰਜ਼ੀ ਨੇ, ਪਰ ਹਾਂ ਇਹ ਹੈ ਕਿ ਜਦੋਂ ਫੀਫਾ ਹੁੰਦਾ ਤੇ ਦੁਨੀਆ ਭਰ ਦੇ ਵਿੱਚ ਜੇ ਕਿਸੇ ਗੇਮ ਦੇ ਸਭ ਤੋਂ ਜ਼ਿਆਦਾ ਪ੍ਰਸ਼ੰਸਕ, ਸਭ ਤੋਂ ਜ਼ਿਆਦਾ ਜੇ ਕਿਸੇ ਗੇਮ ਨੂੰ ਖੇਡ ਨੂੰ ਦੇਖਿਆ ਜਾਂਦਾ, ਉਹਨੂੰ ਪਿਆਰ ਕੀਤਾ ਜਾਂਦਾ ਤੇ ਉਹਦੇ ਨਾਲ ਲੋਕ ਜੁੜਦੇ ਨੇ, ਤਾਂ ਉਹ ਨਿਰਸੰਦੇਹ ਬਿਨਾਂ ਸੰਕੋਚ ਦੇ ਕਿਹਾ ਜਾ ਸਕਦਾ ਕਿ ਫੁੱਟਬਾਲ ਹੈ। ਤੇ ਫੀਫਾ ਫੁੱਟਬਾਲ ਦਾ ਇੱਕ ਬਹੁਤ ਵੱਡਾ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਹਾਂ ਜਿਹੜਾ ਉਹ ਖੇਡ ਇੱਕ ਈਵੈਂਟ ਹੈ। ਸੋ ਫੀਫਾ ਪ੍ਰੇਮੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ। ਨਾਲ ਜੁੜਦੇ ਰਾਜਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਸ਼ੋਅ ਦੇ ਵਿੱਚ ਕਰਦੇ ਇਸ ਗੱਲ ਨੂੰ ਲੈ ਕੇ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਾਰੇ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਖੇਡਾਂ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਨੇ ਤੇ ਇਹ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਬਹੁਤੀ ਦੁਨੀਆ 'ਚ ਇਸਨੂੰ ਫੁੱਟਬਾਲ ਆਖਿਆ ਜਾਂਦਾ, ਅਮਰੀਕਾ 'ਚ ਇਸਨੂੰ ਸੌਕਰ ਆਖਿਆ ਜਾਂਦਾ ਹੈ। ਲੈਟਿਨ ਅਮਰੀਕਾ ਦੇ ਵੀ ਕਈ ਮੁਲਕਾਂ 'ਚ ਫੁੱਟਬਾਲ, ਸੌਕਰ ਏਦਾਂ ਜਿਹੜਾ ਉਹ ਸ਼ਬਦ ਵਰਤੇ ਜਾਂਦਾ। ਇੱਥੇ ਦਾ ਜਿਹੜਾ ਫੁੱਟਬਾਲ ਆ ਉਹ ਹੱਥ ਦੇ ਨਾਲ ਜ਼ਿਆਦਾ ਖੇਡਦੇ ਆ, ਪਰ ਕਹਿੰਦੇ ਉਹਨੂੰ ਫੁੱਟਬਾਲ ਆ। ਚਲੋ ਇੱਕ ਵੱਖਰੀ ਬਹਿਸ ਦਾ ਜਿਹੜਾ ਵਿਸ਼ਾ ਬਣ ਜਾਂਦਾ। ਹਾਂ, ਤੇ ਪਰ ਇਹ ਆ ਵੀ ਸਭ ਤੋਂ ਵੱਧ ਦੇਖੇ ਜਾਣ ਵਾਲਾ ਤੇ ਸਭ ਤੋਂ ਜ਼ਿਆਦਾ ਖੇਡੇ ਜਾਣ ਵਾਲਾ ਜਿਹੜੀ ਇਹ ਖੇਡ ਆ ਉਸ ਦਾ ਜਿਹੜਾ ਮਹਾਕੁੰਭ ਜਿਹਨੂੰ ਆਖ ਦਿੱਤਾ ਜਾਂਦਾ ਹੈ, ਵਰਲਡ ਕੱਪ ਉਹ ਸ਼ੁਰੂ ਹੁੰਦਾ ਹਰ 4 ਸਾਲੀ ਹੁੰਦਾ ਹੈ। 1930 ਤੋਂ ਸ਼ੁਰੂ ਹੋਇਆ ਹੈ ਜੀ ਤੇ ਇਹਦੇ ਵੀ ਤਕਰੀਬਨ 100 ਸਾਲ ਹੋਣ ਵਾਲੇ ਆ ਪੂਰੇ। ਤੇ ਬਹੁਤ ਵਰਲਡ ਕੱਪ ਜਿਹੜੇ ਹੋਏ ਆ, ਬੜੀਆਂ ਤਗੜੇ ਪਲੇਅਰ ਇਸ ਦੇ ਵਿੱਚ ਦੁਨੀਆ ਨੇ ਜਿਹੜੇ ਉਹ ਦੇਖੇ, ਇਸ ਟਾਈਮ ਵੀ ਖੇਡ ਰਹੇ ਆ। ਪਹਿਲੋਂ ਬਹੁਤ ਕਲੋਜ਼ ਸੀਗਾ, ਅਸੀਂ ਵੀ ਬਹੁਤ ਦੇਖਦੇ ਹੁੰਦੇ ਸੀਗੇ, ਪਰ ਕੁਝ ਰੁਝੇਵਿਆਂ ਦੇ ਕਰਕੇ ਤੇ ਜਿਹੜੇ ਟਾਈਮਿੰਗਸ ਅਮਰੀਕਾ ਦੇ ਵਿੱਚ ਖਾਸ ਕਰਕੇ ਜਦੋਂ ਤੁਸੀਂ ਆ ਜਾਂਦੇ ਨਾ, ਉਹ ਤੁਹਾਡੇ ਜਿਹੜੀ ਉਹ ਮੈਚ ਨਹੀਂ ਕਰਦੀ ਬਹੁਤੀ, ਤੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਰਹਿ ਜਾਂਦੀਆਂ। ਹੁਣ ਕ੍ਰਿਕਟ ਵਾਲੇ ਜਿਹੜੇ ਪ੍ਰੇਮੀ ਹੋ ਗਏ ਆ, ਉਹ ਵੀ ਵਿਚਾਰਿਆਂ ਨੂੰ ਇਹ ਹਾਲ ਹੁੰਦਾ ਆ। ਕਈ ਦੀ ਹਾਕੀ ਵਾਲੇ, ਕਬੱਡੀ ਵਾਲੇ, ਹੋਰ ਬਥੇਰੇ ਆ, ਉਹਨਾਂ ਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਵਰਲਡ ਕੱਪ ਫੀਫਾ ਦਾ ਜਾਂ ਕਹਿ ਲਓ ਵੀ ਪੂਰੀ ਦੁਨੀਆ ਦਾ ਸਭ ਤੋਂ ਜਿਹੜਾ ਪ੍ਰੈਸਟੀਜੀਅਸ ਜਿਹੜਾ ਇਹ ਹੈਗਾ ਆ, ਸਭ ਤੋਂ ਵੱਡੀ ਆਰਗੇਨਾਈਜੇਸ਼ਨ ਫੀਫਾ ਵਰਲਡ ਜਿਹੜੀ ਆਰਗੇਨਾਈਜੇਸ਼ਨ ਆ, ਜਿਸ ਦੇ ਵਿੱਚ ਘੱਟੋ ਘੱਟ ਨਹੀਂ ਤਾਂ 79 ਨੈਸ਼ਨਲ ਟੀਮਾਂ ਤਾਂ ਜਿਹੜੀਆਂ ਖੇਡਦੀਆਂ ਆ, ਜਿਹੜੀਆਂ ਬਾਕੀਆਂ ਦੇ ਵਿੱਚ ਪਨਪ ਰਿਹਾ ਹੋਊਗਾ, ਹੋਰ ਵੱਧ ਰਿਹਾ ਹੋਊਗਾ। ਸੋ ਤਕਰੀਬਨ ਤੁਸੀਂ ਲਾ ਲਓ ਵੀ 80 ਟੀਮਾਂ ਜਿਹੜੀਆਂ ਆ ਉਹ ਪੂਰੀ ਦਿਲਚਸਪੀ ਨਾਲ ਕੁਆਲੀਫਿਕੇਸ਼ਨ ਦੇ ਵਿੱਚੋਂ ਲੰਘਦੀਆਂ ਨੇ ਵੀ 32 ਕਿਹੜੇ ਜਿਹੜੇ ਇਸ ਦੇ ਵਿੱਚ ਸਿਲੈਕਟ ਹੋਣਗੇ। ਇਸ ਵਾਰ 2022 ਦਾ ਜਿਹੜਾ ਇਹ ਫੀਫਾ ਦਾ ਵਰਲਡ ਕੱਪ ਆ, ਇਹ ਕਤਰ ਦੇ ਵਿੱਚ ਮਿਡਲ ਈਸਟ ਜਿਹੜਾ ਮੁਲਕ ਹੈਗਾ ਆ, ਉੱਥੇ ਹੋ ਰਿਹਾ ਆ। ਉੱਥੇ ਦੇ ਬੜੇ ਵਿਵਾਦ ਇਸ ਵਰਲਡ ਕੱਪ ਦੇ ਨਾਲ ਜੁੜੇ ਨੇ, ਉਹ ਵੀ ਜਿਹੜੀਆਂ ਗੱਲਾਂ ਕਰਾਂਗੇ। ਇਰਾਨ ਨੂੰ ਲੈ ਕੇ ਵੀ ਚਰਚਾ, ਬੀਅਰ ਨੂੰ ਲੈ ਕੇ ਉੱਥੇ ਬੜੀ ਚਰਚਾ, ਬਿਲਕੁਲ ਪਾਬੰਦੀਆਂ ਨੂੰ ਲੈ ਕੇ ਜਿਹੜੀ ਬੜੀ ਚਰਚਾ ਆ, ਕੱਪੜਿਆਂ ਨੂੰ ਲੈ ਕੇ ਚਰਚਾ, ਹਾਂ ਬਹੁਤ ਕੁਝ ਜਿਹੜਾ ਉੱਥੇ ਜਿਹੜਾ ਉਹ ਹੋ ਰਿਹਾ ਆ। ਸੋ ਦੇਖਦੇ ਆ 17 ਮੁਲਕਾਂ ਨੇ ਹੁਣ ਤੱਕ ਵਰਲਡ ਕੱਪ ਹੋਸਟ ਕੀਤਾ ਹੈ ਜੀ। ਸੋ ਇਹ ਪਹਿਲੀ ਵਾਰੀ ਇਸ ਥਾਂ ਦੇ ਉੱਤੇ ਜਿਹੜਾ ਉਹ ਗਿਆ ਹੈਗਾ ਆ। ਸੋ ਕੁਝ ਕੁ ਜਿਹੇ ਮੁਲਕ ਨੇ ਜਿਨ੍ਹਾਂ ਨੂੰ 2 ਵਾਰੀ ਹੋਸਟ ਕਰਨ ਦਾ ਮੌਕਾ ਮਿਲਿਆ ਆ, ਪਰ ਬਹੁਤਿਆਂ ਨੇ ਇੱਕ ਵਾਰੀ ਜਿਹੜਾ ਆ ਉਹ ਮੁਲਕ ਦੇ ਵਿੱਚ ਜਿਹੜਾ ਹੋਊਗਾ ਅਗਲੇ ਸਾਲ, ਅਗਲੀ ਵਾਰੀ ਵਾਲਾ। ਚਲੋ ਅਜੇ ਤਾਂ ਇਹ ਸ਼ੁਰੂ ਹੀ ਹੋਇਆ, ਅਜੇ ਕੱਲ ਹੀ ਇਹਦੀ ਓਪਨਿੰਗ ਸੈਰੇਮਨੀ ਹੋ ਕੇ ਹਟੀ ਆ, ਪਰ 2026 ਦੀਆਂ ਗੱਲਾਂ ਪਹਿਲਾਂ ਹੀ ਹੋਣੀਆਂ ਕਿਉਂਕਿ ਆਪਣੇ ਇੱਥੇ ਆ ਰਿਹਾ ਹੈ। ਸੋ ਯੂਐਸ, ਕੈਨੇਡਾ ਤੇ ਮੈਕਸੀਕੋ ਤਿੰਨੇ ਮੁਲਕ ਸਾਂਝੇ ਤੌਰ ਦੇ ਉੱਤੇ ਜਿਹੜਾ 2026 ਦਾ ਜਿਹੜਾ ਵਰਲਡ ਕੱਪ ਆ ਫੁੱਟਬਾਲ ਦਾ, ਸੌਕਰ ਦਾ, ਉਹਨੂੰ ਜਿਹੜਾ ਉਹ ਹੋਸਟ ਕਰਨ ਜਾ ਰਹੇ ਆ। ਸੋ ਇਹ ਇੱਕ ਵਧੀਆ ਜਿਹੜਾ ਚੀਜ਼ ਜਿਹੜੀ ਉਹ ਚੱਲ ਰਹੀ ਹੈ। ਰਾਜਕਰਮਵੀਰ ਸਿੰਘ ਜੀ, ਖੇਡਾਂ ਹੋਣੀਆਂ ਵੀ ਸਾਂਝੀਆਂ ਹੀ ਚਾਹੀਦੀਆਂ, ਸਰਹੱਦਾਂ ਦੇ ਵਿੱਚ ਖੇਡਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਆਪਾਂ ਵੈਸੇ ਵੀ ਜਦੋਂ ਭਾਰਤ ਪਾਕਿਸਤਾਨ ਦੇ ਸੰਬੰਧ ਚੰਗੇ ਨਹੀਂ ਰਹਿੰਦੇ ਤੇ ਕ੍ਰਿਕਟ ਉੱਤੇ ਬੈਨ ਲੱਗ ਜਾਂਦਾ, ਆਪਾਂ ਉਦੋਂ ਵੀ ਕਹੀਦਾ
ਕਿ ਖੇਡ ਨੂੰ ਇਸ ਚੀਜ਼ ਤੋਂ ਅਲੱਗ ਰੱਖੋ, ਪਰ ਖੇਡਾਂ ਦੇ ਵਿੱਚ ਪੋਲਿਟਿਕਸ ਹੈ, ਖੇਡਾਂ ਦੇ ਰਾਹੀਂ ਪੋਲਿਟਿਕਸ ਹੈ। ਹੁਣ ਜਿਹੜੀ FIFA ਆ ਜਿਹੜੀ ਜਿੱਥੇ ਇਹ ਬਹੁਤ ਟੌਪ ਦੀ ਇੱਕ ਬਹੁਤ ਵੱਡੀ ਜਿਹੜੀ ਸੰਸਥਾ ਆ, ਹਾਂਜੀ ਉੱਥੇ ਕਰਪਸ਼ਨ ਤੋਂ ਵੀ ਜਿਹੜੀ ਉਹ ਬਚੀ ਨਹੀਂ ਬਿਲਕੁਲ। ਇੱਥੇ ਵੀ ਭ੍ਰਿਸ਼ਟਾਚਾਰ ਦੀ ਮਾਰ ਰਹੀ। 2015 ਦਾ FIFA ਦਾ ਜਿਹੜਾ ਇੱਕ ਕਰਪਸ਼ਨ ਦਾ ਕੇਸ ਸੀਗਾ, ਉਸਨੇ ਪੂਰੀ ਦੁਨੀਆ ਨੂੰ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ ਸੀਗਾ। 2 FIFA ਦੇ ਵਾਈਸ ਪ੍ਰੈਜ਼ੀਡੈਂਟ 2015 ਚ ਗ੍ਰਿਫਤਾਰ ਵੀ ਕੀਤੇ ਗਏ ਸੀ ਇਸੇ ਹੀ ਜਿਹੜੇ ਉਹ ਸੰਬੰਧ ਦੇ ਵਿੱਚ, ਜਿਹੜਾ ਕਰਪਸ਼ਨ ਦਾ ਜਿਹੜਾ ਉਹ ਮਾਮਲਾ ਚੱਲਿਆ ਸੀਗਾ। ਕਤਰ ਨੂੰ ਕਿੱਦਾਂ ਹੋਸਟ ਕਰਨ ਨੂੰ ਮਿਲਿਆ, ਇਸ ਨੂੰ ਲੈ ਕੇ ਵੀ ਬੜੇ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਰਹਿੰਦੀਆਂ ਨੇ। ਪਰ ਇਹ ਆ ਵੀ ਜਿਹੜਾ ਇਹ ਸਪੋਰਟਸ ਆ, ਜੇ ਰਾਜਨੀਤੀ ਤੋਂ ਤੇ ਉੱਤੇ ਉੱਠ ਕੇ ਜਿਹੜਾ ਉਹ ਚੱਲੇ, ਪਰ ਇਹ ਆ ਵੀ ਇੱਕ ਮੌਕਾ ਵੀ ਹੁੰਦਾ ਆ। ਜਿਹੜਾ ਸਪੋਰਟਸਮੈਨ ਆ ਉਹ ਰਿਪਰੈਜ਼ੈਂਟ ਤਾਂ ਕਰ ਰਿਹਾ ਆਪਣੇ ਮੁਲਕ ਦੇ ਲਈ, ਖੇਡ ਤਾਂ ਰਿਹਾ ਹੀ ਆ, ਪਰ ਬਹੁਤ ਸਾਰੇ ਜਿਹੜੇ ਉਸ ਦੇ ਫੈਨ ਜਾਂ ਉਸ ਖੇਡ ਦੇ ਫੈਨ ਆ, ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਉਹ ਉਜਾਗਰ ਕਰਨ ਦਾ ਇੱਕ ਮੌਕਾ ਹੁੰਦਾ ਹੈ। ਬਹੁਤ ਵੱਡੀ ਸਟੇਜ ਆ, ਇਸ ਸਟੇਜ ਉੱਤੇ ਕੋਈ ਵੀ ਪਲੇਅਰ ਕੁਝ ਵੀ ਕਰਦਾ ਆ, ਉਹਨੇ ਕੋਈ ਇਸ਼ਾਰਾ ਕੀਤਾ, ਉਹਨੇ ਕੁਝ ਲਿਖ ਕੇ ਆਪਣੇ ਲੈ ਕੇ ਆਂਦਾ ਜਾਂ ਉਹਨੇ ਕੋਈ ਬਿਆਨ ਦਿੱਤਾ, ਉਹ ਇਸ ਟਾਈਮ ਨੈਸ਼ਨਲ ਨਿਊਜ਼, ਇੰਟਰਨੈਸ਼ਨਲ ਨਿਊਜ਼ ਜਿਹੜੀ ਉਹ ਬਣਦੀ ਆ। ਸੋ ਇਸ ਲਈ ਬਹੁਤ ਜਿਹੜੀ ਕਹਿ ਲਓ ਵੀ ਇਹਨਾਂ ਦੀਆਂ ਆਪਣੀਆਂ ਆਰਗੇਨਾਈਜੇਸ਼ਨਾਂ ਹੁੰਦੀਆਂ, ਉਹ ਵੀ ਇਹਨਾਂ ਨੂੰ ਬੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਪਲੇਅਰਾਂ ਨੂੰ, ਵੀ ਤੁਸੀਂ ਆਹ ਨਹੀਂ ਕਹਿਣਾ, ਤੁਸੀਂ ਏਦਾਂ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਤੁਹਾਨੂੰ ਯਾਦ ਹੀ ਹੋਣਾ ਪਿਛਲੀ ਵਾਰੀ ਮੇਰੇ ਖਿਆਲ ਰੋਨਾਲਡੋ ਨੇ ਸ਼ਾਇਦ ਪਿਛਲੇ ਦਿਨੀ ਉਹਨੇ ਕੋਕ ਦੀਆਂ 2 ਬੋਤਲਾਂ ਚੱਕ ਕੇ ਰੱਖਤੀਆਂ ਸੀ ਪਾਸੇ। ਹਾਂਜੀ ਤੇ ਉਹ ਟ੍ਰੈਂਡਿੰਗ ਮਤਲਬ ਰਹੀ। ਉਸ ਤੋਂ ਦੱਸਦੇ ਆ ਵੀ ਕੋਕ ਦੇ ਜਿਹੜੇ ਸ਼ੇਅਰ ਸੀ ਉਹ ਵੀ ਡਿੱਗਣੇ ਸੀਗੇ। ਕਹਿੰਦਾ ਵੀ ਇਹ ਉਸ ਕਹਿੰਦਾ ਉਸ ਇਵੈਂਟ ਦੇ ਵਿੱਚ ਕੋਕ ਵਾਲੇ ਜਿਹੜੇ ਆ ਉਹ ਮੇਨ ਸੀਗੇ ਸਪਾਂਸਰ ਕਹਿ ਲਓ, ਤੇ ਉਹਨਾਂ ਨੇ ਚੱਕ ਕੇ ਪਰੇ ਰੱਖ ਕੇ ਪਾਣੀ ਲਾਗੇ ਰੱਖ ਲਿਆ ਵੀ ਭਾਈ ਕਹਿੰਦਾ ਮੈਂ ਆਹ ਚੀਜ਼ ਤਾਂ ਪੀਂਦਾ ਨਹੀਂ। ਤੇ ਉਹਦਾ ਆਪਣਾ ਵੀ ਸਟੈਂਡ ਸੀਗਾ। ਬਿਲਕੁਲ। ਸੋ ਇਹ ਬਹੁਤ ਕੁਝ ਆਪਾਂ ਕ੍ਰਿਕਟ ਦੇ ਵਿੱਚ ਦੇਖਿਆ, ਕਈ ਜਿਹੜੇ ਮੁਸਲਿਮ ਇਸਲਾਮ ਨੂੰ ਜਿਹੜੇ ਮੰਨਣ ਵਾਲੇ ਇੰਟਰਨੈਸ਼ਨਲ ਪਲੇਅਰ ਸੀਗੇ, ਉਹਨਾਂ ਨੇ ਸਿਗਰਟ ਵਾਲੀਆਂ ਜਾਂ ਏਦਾਂ ਦੀਆਂ ਉਹਨਾਂ ਦੀ ਜਿਹੜੀ ਐਡ ਕਰਨ ਤੋਂ ਨਾ ਕੀਤੀ, ਕਹਿੰਦੇ ਜੁਰਮਾਨਾ ਅਸੀਂ ਦੇਵਾਂਗੇ, ਉਹ ਦੇਣ ਨੂੰ ਅਸੀਂ ਤਿਆਰ ਆ, ਪਰ ਅਸੀਂ ਇਹਨਾਂ ਦੇ ਜਿਹੜੇ ਸਟਿੱਕਰ ਉਹ ਆਪਣੇ ਤੇ ਨਹੀਂ, ਅਸੀਂ ਜਿਹੜਾ ਚੀਜ਼ ਜਿਹੜੀ ਉਹ ਨਹੀਂ ਲਾਉਣੀ। ਸੋ ਇਹ ਜਿਹੜੀ ਚੀਜ਼ ਵਾਦ ਵਿਵਾਦ ਜਿਹੜਾ ਨਾਲ ਚੱਲਦਾ ਆਇਆ ਖੇਡਾਂ ਦੇ ਵਿੱਚ, ਅੱਜ ਤੋਂ ਨਹੀਂ ਮੁੱਢ ਤੋਂ ਹੀ ਜਿਹੜੀਆਂ ਚੀਜ਼ਾਂ ਚੱਲਦੀਆਂ। ਹਿਟਲਰ ਦੇ ਨਿਗਰਾਨੀ ਹੇਠ 20 올림픽ਸ ਹੋਈਆਂ ਮਿਊਨਿਕ ਦੀਆਂ, ਜਿਹੜੀਆਂ ਤੁਸੀਂ ਦੇਖੋ ਵੀ ਸਾਰਾ ਕੁਝ ਜਿਹੜਾ ਉਹ ਚੀਜ਼ ਹੋਇਆ, ਉੱਥੇ ਵੀ ਕਈਆਂ ਨੇ ਸਟੈਂਡ ਲਿਆ, ਉੱਥੇ ਉਹਨੂੰ ਕਹਿੰਦੇ ਵੀ ਹਿਟਲਰ ਵਾਲਾ ਸਲੂਟ ਮਾਰੋ। ਜਿਹੜੇ ਕਈ ਪਲੇਅਰਾਂ ਨੂੰ ਕਈਆਂ ਨੇ ਮਾਰਿਆ, ਕਈਆਂ ਨੇ ਨਹੀਂ ਮਾਰਿਆ, ਉਹ ਜਿਹੜੇ ਫਿਰ ਉਹ ਯਾਦ ਰਹਿ ਜਾਂਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੇ ਕਿਉਂਕਿ ਸਪੋਰਟਸਮੈਨ ਨੂੰ ਦੇਖੀ ਇਹੀ ਜਾਂਦਾ, ਕਿਉਂਕਿ ਉਹ ਜ਼ਿੰਦਗੀ ਤੋਂ ਜਿੱਤਿਆ ਬੰਦਾ ਮੰਨਿਆ ਜਾਂਦਾ ਆ, ਔਰਤ ਜਾਂ ਬੰਦਾ ਜਿਹੜਾ ਮੰਨਿਆ ਜਾਂਦਾ ਆ ਵੀ ਇਹ ਜਿਹੜਾ ਸਪੋਰਟਸ ਪਰਸਨ ਆ ਉਹਨੇ ਏਦਾਂ ਆ। ਸੋ ਸਪੋਰਟਸ ਦਾ ਬਹੁਤ ਜ਼ਿਆਦਾ ਇਹ ਚੀਜ਼ ਦੇ ਵਿੱਚ ਮਹੱਤਤਾ ਆ। ਇਹੋ ਜਿਹੇ ਟੂਰਨਾਮੈਂਟਸ, ਇਹੋ ਜਿਹੀਆਂ ਜਿਹੜੀਆਂ ਗੇਮਸ ਆ ਉਹ ਵਧੀਆ ਲੱਗਦੀਆਂ ਨੇ। ਇੱਕ ਜਿੱਥੇ ਮਨ ਪਰਚਾਵਾ, ਐਂਟਰਟੇਨਮੈਂਟ, ਮਨੋਰੰਜਨ ਦਾ ਜਿੱਥੇ ਸਾਧਨ ਆ, ਇੱਥੇ ਕਈ ਲੋਕਾਂ ਨੂੰ ਇਹ ਜਾਗ ਲਾਉਂਦੀਆਂ ਨੇ ਵੀ ਆਓ ਇਸ ਗੇਮ ਦੇ ਵਿੱਚ ਆਓ। ਇੱਕ ਸਭ ਤੋਂ ਸਸਤੀ ਖੇਡੇ ਜਾਣ ਵਾਲੀ ਗੇਮ ਮੰਨੀ ਜਾਂਦੀ ਆ। ਤੁਹਾਡੇ ਕੋਲ ਕੁਝ ਨਹੀਂ ਚਾਹੀਦਾ, ਇੱਕ ਗੇਂਦ ਚਾਹੀਦੀ ਆ, ਫੁੱਟਬਾਲ ਚਾਹੀਦੀ ਆ। ਚਾਹੇ ਤੁਸੀਂ ਕੰਧ ਨਾਲ ਖੇਡ ਲਓ, ਚਾਹੇ 2 ਜਣੇ ਖੇਡੀ ਜਾਓ, ਜੇ ਇਕੱਲੇ ਆ ਖੇਡ ਲਓ, ਟੀਮ ਬਣਾ ਕੇ ਖੇਡ ਲਓ, ਕਲੱਬ ਨੇ ਏਦਾਂ ਨੇ, ਮਨ ਪਰਚਾਵੇ ਦੇ ਲਈ ਤੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਕੋਈ ਤੁਹਾਨੂੰ ਇਹਦੇ ਲਈ ਕੋਈ ਬਹੁਤ ਮਹਿੰਗੀ ਕਿੱਟ ਦੀ ਨਹੀਂ ਜ਼ਰੂਰਤ। ਬਿਲਕੁਲ। ਕੋਈ 2 ਇੱਟਾਂ ਰੱਖੀਆਂ ਤੇ ਗੋਲ ਪੋਸਟ ਬਣ ਜਾਂਦੀ ਆ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲ ਕੇ ਖੇਡਦੇ ਆ। ਸੋ ਇਸੇ ਲਈ ਬਹੁਤ ਸਾਰੇ ਜਿਹੜੇ ਖਾਸ ਕਰਕੇ ਵਿਕਾਸਸ਼ੀਲ ਤੇ ਜਿਹੜੇ ਗਰੀਬ ਮੁਲਕ ਨੇ ਉੱਥੇ ਇਹ ਜਿਹੜੀ ਗੇਮ ਸਭ ਤੋਂ ਵੱਧ ਪ੍ਰਚਲਿਤ ਮੰਨੀ ਜਾਂਦੀ ਆ। ਬਹੁਤ ਗਰੀਬੀ ਦੇ ਵਿੱਚੋਂ ਉੱਠ ਕੇ ਤਗੜੇ ਜਿਹੜੇ ਪਲੇਅਰਸ ਆ ਉਹਨਾਂ ਨੇ ਨਾਮ ਖੱਟਿਆ। ਪੇਲੇ ਵਰਗੇ ਹੋ ਗਏ, ਰੋਨਾਲਡੀਨੀਓ, ਰੋਨਾਲਡੋ, ਬ੍ਰਾਜ਼ੀਲ ਦੇ ਬਹੁਤ ਸਾਰੇ ਉਦਾਹਰਣ ਜਿਹੜੇ ਉਹ ਦਿੱਤੇ ਜਾਂਦੇ। ਸਭ ਤੋਂ ਵੱਧ ਵਰਲਡ ਕੱਪ ਜਿੱਤਣ ਵਾਲਾ ਜਿਹੜਾ ਮੁਲਕ ਆ, ਉੱਥੇ ਦੇ ਪਲੇਅਰਾਂ ਦੀ ਹਮੇਸ਼ਾ ਜਿਹੜੀ ਉਹ ਗੱਲ ਕੀਤੀ ਜਾਂਦੀ ਆ। ਸੋ ਰਾਈਵਲਰੀਜ਼ ਬਹੁਤ ਚੱਲ ਰਹੀਆਂ ਨੇ ਪੁਰਾਣੀਆਂ ਜਿਹੜੀਆਂ ਆ, ਉਹ ਆਪਸ ਦੇ ਵਿੱਚ ਇਹਨਾਂ ਦਾ ਜਿਹੜੇ ਸਿੰਘ ਜਿਹੜੇ ਉਹ ਫਸੇ ਰਹਿੰਦੇ ਆ। ਅਰਜਨਟੀਨਾ ਵਾਲੇ ਹੋ ਗਏ, ਲੈਟਿਨ ਅਮਰੀਕਾ ਦੇ ਵਿੱਚ ਉਰੂਗਵੇ, ਪੈਰਾਗਵੇ, ਬ੍ਰਾਜ਼ੀਲ, ਇਹ ਜਿਹੜੀਆਂ ਟੀਮਾਂ ਆ ਆਪਦੇ ਆਪ ਨੂੰ ਦਾਅਵੇਦਾਰ ਮੰਨ ਕੇ ਚੱਲਦੇ। ਦਾਅਵੇਦਾਰ ਤਾਂ ਦੇਖੋ ਹਮੇਸ਼ਾ ਰਹਿੰਦੇ ਕਿਉਂਕਿ ਤਗੜੇ ਆ, ਇਹਨਾਂ ਦਾ ਢਾਂਚਾ ਜਿਹੜਾ ਸਟਰੋਂਗ ਆ। ਪਰ ਅਫਸੋਸ ਵਾਲੀ ਗੱਲ ਆ, ਦੁਨੀਆ ਦੇ ਵਿੱਚ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਜਿਹੜਾ ਮੁਲਕ ਆ, ਉੱਥੇ ਕੋਈ ਤਗੜੇ ਪਲੇਅਰ ਉਹ ਜਿਹੜਾ ਮੁਲਕ ਆ ਪੈਦਾ ਕਰਨ ਚ ਨਾਕਾਮਯਾਬ ਰਿਹਾ ਆ। ਹੋਰ ਗੇਮਾਂ ਦੇ ਵਿੱਚ ਹੈਗੇ ਨੇ ਚੰਗੇ ਪਲੇਅਰ ਨੇ, ਖੇਡ ਰਹੇ ਨੇ ਵਧੀਆ ਆ, ਪਰ ਆਈ ਥਿੰਕ ਉੱਥੇ ਵੀ ਇਸ ਗੇਮ ਨੂੰ ਹੋਰ
ਥੋੜਾ ਟੀਕਾ ਲਾਉਣ ਦੀ ਜਿਹੜੀ ਇੱਥੇ ਜ਼ਰੂਰਤ ਆ। ਉੱਥੇ ਕ੍ਰਿਕਟ ਦਾ ਟੀਕਾ ਚੱਲਦਾ, ਕ੍ਰਿਕਟ ਦਾ ਵੀ ਆ, ਚਲੋ ਹਾਕੀ 'ਚ ਵੀ ਫਿਰ ਵੀ ਜਾਂਦੇ ਨੇ ਕੁਛ, ਕੋਈ ਹੁਣ ਟਰੈਕ ਐਂਡ ਫੀਲਡ ਦੇ ਵਿੱਚ ਵੀ ਥੋੜੇ ਬਹੁਤੇ ਕਰਨ ਲੱਗ ਗਏ, ਮੇ ਵੀ ਚਲੋ ਫਿਰ ਵੀ ਲਿਟਲ ਬੈਟਰ। ਤੇ ਪਰ ਇਹ ਆ ਵੀ ਟੀਮਾਂ ਤਾਂ ਉੱਥੇ ਬਹੁਤ ਪੁਰਾਣੀਆਂ ਨੇ, 100 ਸਾਲ ਤੋਂ ਪੁਰਾਣੀਆਂ ਨੇ, ਪਰ ਕੋਈ ਤਗੜੇ ਪਲੇਅਰ ਜਾਂ ਇੰਡੀਆ ਦੀ ਟੀਮ ਕਦੀ ਇਸ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ, ਬਿਲਕੁਲ। ਸੋ ਹੁਣ ਜੇ ਕੁਛ ਵਰਲਡ ਕੱਪ ਦੇ ਨਾਲ ਜੁੜੀ ਵਿਵਾਦਾਂ ਦੀ ਇਸ ਟਾਈਮ ਗੱਲ ਕਰੀਏ, ਬੜੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਉੱਤੇ ਗੱਲ ਕਰਨੀ ਬਣਦੀ ਵੀ ਆ। ਸਭ ਤੋਂ ਪਹਿਲਾਂ ਬੀਅਰ ਦਾ ਜਿਹੜਾ ਵਿਵਾਦ ਛਿੜਿਆ, ਠੀਕ ਹੈ, ਕਤਰ ਮੁਲਕ ਆ, ਉਹ ਆਪਣਾ ਮੁਲਕ ਆ, ਉਹਨਾਂ ਨੇ ਕਿਹਾ ਵੀ ਆਹ ਸਾਡੀਆਂ ਸ਼ਰਤਾਂ ਆ। ਪਹਿਲਾਂ ਕਹਿੰਦੇ ਵੀ ਬੀਅਰ ਪੀ ਸਕਦੇ ਆ, ਫਿਰ 2 ਦਿਨ ਪਹਿਲਾਂ ਉਹਨਾਂ ਨੇ ਨਾ ਕਰ ਦਿੱਤੀ। ਫੀਫਾ ਆਲਦੋ $75 ਮਿਲੀਅਨ ਦਾ ਸਪਾਂਸਰ ਸੀਗੇ, ਜਿਹੜੇ ਬਡਵਾਈਜ਼ਰ ਕੰਪਨੀ ਆ, ਬਹੁਤ ਵੱਡੀ ਅਮਰੀਕਾ ਦੀ ਜਿਹੜੀ ਬੀਅਰ ਕੰਪਨੀ ਆ, ਉਹ ਜਿਹੜੀ ਸਪਾਂਸਰਸ਼ਿਪ ਡੀਲ ਆ ਉਹ ਖਤਰੇ 'ਚ ਪੈ ਗਈ ਵੀ ਕੀ ਹੋਊਗਾ, ਕਿੱਦਾਂ ਨਹੀਂ ਹੋਊਗਾ। ਉਹਨਾਂ ਨੇ ਕਿਹਾ ਵੀ ਸਟੇਡੀਅਮ ਦੇ ਵਿੱਚ ਤੁਸੀਂ ਨਹੀਂ ਵੇਚ ਸਕਦੇ, ਵੀ ਇਹ ਸਾਡਾ ਅਸੀਂ ਇਸ ਨੂੰ ਆਗਿਆ ਨਹੀਂ ਦਿੰਦੇ ਆ, ਏਦਾਂ ਹੈ ਓਦਾਂ ਹੈ ਜੋ ਵੀ ਆ। ਫਿਰ ਇੱਥੋਂ ਤੱਕ ਵੀ ਫੀਫਾ ਵਾਲੇ ਆ ਕੇ ਇਹ ਉਹਨਾਂ ਨੂੰ ਕਹਿਣਾ ਪਿਆ, ਕੋਈ ਨਹੀਂ, ਜੇ 3 ਘੰਟੇ ਤੁਸੀਂ ਨਹੀਂ ਵੀ ਬੀਅਰ ਪਾਉਂਗੇ ਤੇ ਤੁਹਾਨੂੰ ਕੁਝ ਨਹੀਂ ਹੋ ਚੱਲਾ। ਵੀ ਉਹ ਸਪਾਂਸਰ ਤਾਂ ਜਾ ਹੀ ਰਹੇ ਆ, ਪਰ ਜਿਹੜਾ ਹੋਸਟ ਨੇਸ਼ਨ ਆ ਉਹ ਆਪਣਾ ਡੰਡਾ ਵੀ ਜਿਹੜਾ ਜ਼ੋਰ ਰੱਖਦਾ ਆ, ਕੋਈ ਕਿਸੇ ਦੇ ਉੱਤੇ ਜਿਹੜਾ ਇਹਨਾਂ ਦਾ ਜਿਹੜਾ ਉਹ ਜ਼ੋਰ ਚੱਲਦਾ ਆ। ਸੋ ਇਹ ਸਾਰੀਆਂ ਚੀਜ਼ਾਂ ਰੀਸੈਂਟਲੀ ਇੱਕ ਰਿਪੋਰਟ ਦੇ ਮੁਤਾਬਕ ਇਹ ਦਾਅਵਾ ਕੀਤਾ ਗਿਆ ਵੀ ਜਦੋਂ ਕਤਰ ਨੂੰ ਇਹ ਮਿਲੀ, ਦਾਅਵੇਦਾਰੀ ਮਿਲੀ, ਮੇਜ਼ਬਾਨੀ ਜਿਹੜੀ ਉਹ ਮਿਲੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਟੇਡੀਅਮਸ ਬਣਨ ਤੋਂ ਲੈ ਕੇ 5000 ਲੋਕਾਂ ਦੀਆਂ ਮੌਤਾਂ ਹੋਈਆਂ। ਹਿਊਮਨ ਰਾਈਟ ਅਬਿਊਜ਼, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਥੇ ਰਹਿਣ ਦਾ ਪ੍ਰਬੰਧ ਸੀ, ਕਿੱਦਾਂ ਉਹਨਾਂ ਮਜ਼ਦੂਰਾਂ ਨੂੰ ਰੱਖਿਆ ਗਿਆ, ਲੇਬਰ ਕੈਂਪ ਦੇ ਵਿੱਚ ਰੱਖਿਆ ਗਿਆ, ਏਦਾਂ ਦੇ ਜਿਹੜੇ ਦਾਅਵੇ ਆਏ। ਕੁਛ ਚਿਰ ਪਹਿਲਾਂ ਇੱਕ ਇੰਟਰਵਿਊ ਉੱਥੋਂ ਦੇ ਹੀ ਬੰਦਿਆਂ ਦੇ ਨਾਲ, ਜਿਹੜੇ ਮੇਜ਼ਬਾਨ ਸੀਗੇ, ਉਹਨਾਂ ਦੇ ਨਾਲ ਕੀਤੀ ਗਈ। ਉਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ, ਅਸੀਂ ਲੇਬਰ ਕੈਂਪਾਂ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਖੁਸ਼ਹਾਲ ਮਾਹੌਲ ਦੇ ਵਿੱਚ ਲੈ ਰਹੇ ਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹ ਪਹਿਲਾਂ ਹੀ ਜਾ ਆਏ ਟੀਵੀ ਵਾਲੇ, ਤੇ ਉਹਨਾਂ ਨੇ ਕਿਹਾ ਵੀ ਕੀ ਤੁਸੀਂ ਸੱਚੀ ਇਹ ਚੀਜ਼ ਕਹਿਣਾ ਚਾਹੁੰਦੇ, ਤੇ ਉਹਨੇ ਨਾਲ ਦੇ ਨਾਲ ਇੰਟਰਵਿਊ ਖਤਮ ਕਰ ਦਿੱਤੀ। ਸੋ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਡੈਫੀਨੇਟਲੀ ਰਹੇ ਆ। ਸੋ ਵੈਸਟਰਨ ਮੀਡੀਆ ਖਾਸ ਕਰਕੇ ਜਦੋਂ ਇਦਾਂ ਦੇ ਮੁਲਕ ਆ, ਉਹਨਾਂ ਦੀ ਥੋੜੀ ਆਲੋਚਨਾ ਜ਼ਿਆਦਾ ਵੀ ਕਰਦਾ ਹੈ। ਸੋ ਉਹ ਚੀਜ਼ ਜਿਹੜੀ ਉਹ ਸਾਹਮਣੇ ਆਈ। ਸੋ ਇਹ ਵਿਵਾਦ ਵੀ ਇੱਕ ਜੁੜ ਗਿਆ। ਫਿਰ ਦੂਜਾ ਹੁਣ ਬੀਅਰ ਵਾਲਾ ਜਿਹੜਾ ਆ ਉਹ ਜੁੜਿਆ ਪਿਆ ਆ। ਉੱਥੇ ਕੱਲ ਜਿਹੜਾ ਸਭ ਤੋਂ ਪਹਿਲਾ ਮੈਚ ਸੀਗਾ ਪ੍ਰਵੀਨ, ਮੇਜ਼ਬਾਨ ਮੁਲਕ ਕਤਰ ਤੇ ਨਾਲ ਇਕਵਾਡੋਰ, ਉਹਦਾ ਜਿਹੜਾ ਮੈਚ ਹੋਇਆ ਤਾਂ ਉਹਦੇ ਵਿੱਚ ਉੱਥੋਂ ਦੇ ਜਿਹੜੇ ਆਡੀਅנס ਸੀਗੇ ਉਹਨਾਂ ਨੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ, ਵੀ ਵਾਂਟ ਬੀਅਰ। ਸਾਨੂੰ ਜਿਹੜੀ ਬੀਅਰ ਆ ਉੱਥੇ ਜਿਹੜੀ ਉਹ ਚਾਹੀਦੀ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜੁੜੀਆਂ। ਕੱਲ ਦੇ ਮੈਚ ਦੇ ਵਿੱਚ ਈਰਾਨ ਦੇ ਜਿਹੜੀ ਟੀਮ ਆ, ਈਰਾਨ ਜਿੱਥੇ ਕਿ ਇਸ ਟਾਈਮ ਬੜੇ ਵੱਡੇ ਪ੍ਰੋਟੈਸਟ ਚੱਲ ਰਹੇ ਆ, ਖਾਸ ਕਰਕੇ ਔਰਤਾਂ ਦੇ ਹਿਜਾਬ ਨੂੰ ਲੈ ਕੇ। ਹਾਂਜੀ, ਜਿਸ ਕੁੜੀ ਦੀ ਜਿਹੜਾ ਉਹ ਹੱਤਿਆ ਪੁਲਿਸ ਜਿਹੜੀ ਹੋ ਗਈ ਸੀਗੀ, ਮੌਤ ਹੋ ਗਈ ਸੀ, ਉਸ ਨੂੰ ਲੈ ਕੇ। ਤੇ ਉਹਦੇ ਵਿੱਚ ਈਰਾਨ ਦੀ ਟੀਮ ਦੇ ਜਿਹੜੇ ਪਲੇਅਰਸ ਆ, ਉਹਨਾਂ ਨੇ ਈਰਾਨ ਦੇ ਨੈਸ਼ਨਲ ਐਂਥਮ ਦੇ ਵੇਲੇ ਬੋਲੇ ਨਹੀਂ। ਤੇ ਉਹ ਚੁੱਪ ਰਹੇ, ਮੌਨ ਰਹੇ ਉਸ ਚੀਜ਼ ਦੇ ਵਿੱਚ। ਹੁਣ ਉਸ ਚੀਜ਼ ਨੂੰ ਲੈ ਕੇ ਵਿਵਾਦ ਜਿਹੜਾ ਉਹ ਨਵਾਂ ਛਿੜਿਆ ਪਿਆ ਆ, ਵੀ ਇਹ ਏਦਾਂ ਕਿੱਦਾਂ ਆ। ਮੈਂ ਇੱਥੇ ਤਾਂ ਦੇਖ ਰਿਹਾ ਸੀਗਾ, ਇੱਕ ਦੋ ਚੀਜ਼ਾਂ ਇਕੱਠੀਆਂ ਮੈਂ ਪੈਰਲਲੀ ਦੱਸਦਾ, ਫਿਰ ਉਹ ਦੱਸਦੇ ਵੀ ਇੱਥੇ ਕੀ ਉਹਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਹੈ। ਉਹ ਇੱਕ ਹੋਰ ਜਿਹੜੇ ਯੂਰਪੀਅਨ ਮੁਲਕ ਸੀ, ਉਹ ਕਹਿੰਦੇ ਸੀਗੇ ਵੀ LGBTQ ਵਾਲੇ ਜਿਹੜੇ ਆ, ਗੇ, ਲੈਸਬੀਅਨ, ਬਾਈਸੈਕਚੁਅਲ, ਇਹ ਉਹ ਜਿੰਨੇ ਵੀ ABCD ਉਹਨਾਂ ਨੇ ਲਾਈਆਂ ਨਾਲ, ਉਹ ਵਾਲੇ ਕਹਿੰਦੇ ਆ ਵੀ ਉਹਨਾਂ ਦੇ ਲਈ ਅਸੀਂ ਆਰਮ ਬੈਂਡ, ਵਨ ਲਵ ਵਾਲਾ ਆਰਮ ਬੈਂਡ ਪਾਉਣਾ ਆ। ਪਰ ਕਤਰ ਦੇ ਅਫੀਸ਼ੀਅਲ ਨੇ ਕਿਹਾ ਵੀ ਇਦਾਂ ਨਹੀਂ ਕੁਝ ਵੀ ਚੱਲਣਾ। ਜੇ ਤੁਸੀਂ ਇਦਾਂ ਕਰਦੇ ਆ ਤੇ ਜਿਹੜਾ ਵੀ ਪਲੇਅਰ ਆ ਉਹ ਬੈਂਡ ਪਾ ਕੇ ਆਊਗਾ ਤਾਂ ਉਹਨੂੰ ਯੈਲੋ ਕਾਰਡ ਦਿੱਤਾ ਜਾਊਗਾ। ਤੇ ਕਤਰ ਦੀ ਪੂਰੀ ਮਨਮਰਜ਼ੀ ਆਪਣੀ ਉਹ ਪੂਰੀ ਜਿਹੜੀ ਉਹ ਚਲਾ ਰਿਹਾ। ਕਹਿੰਦੇ ਵੀ ਸਾਡੇ ਇਹ ਚੀਜ਼ ਹੈ ਨਹੀਂ ਤੇ ਅਸੀਂ ਇਸ ਚੀਜ਼ ਨੂੰ ਇਦਾਂ ਮੰਨਦੇ ਨਹੀਂ, ਪ੍ਰਮੋਟ ਉਹਨੂੰ ਨਹੀਂ ਕਰਨ ਦੇਣਾ। ਤੇ ਉੱਥੇ ਜਿਹੜੇ ਯੂਰਪੀਅਨ ਮੁਲਕ ਉਹ ਪਿੱਛੇ ਹਟ ਗਏ, ਉਹ ਕਹਿੰਦੇ ਵੀ ਹੁਣ ਅਸੀਂ ਨਹੀਂ ਪਾਵਾਂਗੇ। ਹੁਣ ਜਿਹੜਾ ਇੱਥੇ ਬੈਠੇ ਕੁਝ ਕਮੈਂਟੇਟਰ ਨੇ, ਵੱਖ-ਵੱਖ ਬਿਆਨਬਾਜ਼ੀ ਜਿਹੜੀ ਉਹ ਕਰ ਰਹੇ ਆ, ਉਹ ਕਹਿੰਦੇ ਵੀ ਆ ਯੂਰਪੀਅਨ ਜਿਹੜੇ ਮੁਲਕ ਵਾਲੇ ਜਿਹੜੇ ਆਪਣੇ ਆਪ ਨੂੰ ਬੜੇ ਕਹਿੰਦੇ ਆ ਵੀ ਅਸੀਂ ਇਦਾਂ ਆ, ਹੱਕਾਂ ਦੇ ਲਈ ਕਰਨ ਵਾਲੇ ਆ, ਚੰਗੇ ਤਾਂ ਇਰਾਨ ਵਾਲੇ ਆ, ਵੀ ਆਪਣੇ ਨੈਸ਼ਨਲ ਐਂਥਮ ਦੇ ਉੱਤੇ ਜਿਹੜੇ ਬੋਲੇ ਨਹੀਂ, ਜੋ ਉੱਥੇ ਘਾਣ ਹੋ ਰਿਹਾ ਉਸ ਦੇ ਉਲਟ ਜਿਹੜਾ ਉਹ ਬੋਲੇ ਆ। ਤੇ ਉਹਦੇ ਉਲਟ ਦੇ ਵਿੱਚ ਆ ਕੇ ਕਹਿੰਦੇ ਯਾਰ, ਜਦੋਂ ਇੱਥੇ ਨੈਸ਼ਨਲ ਫੁੱਟਬਾਲ ਦੀਆਂ ਗੇਮਾਂ ਹੁੰਦੀਆਂ, ਜਦੋਂ ਇੱਥੇ ਗੋਡਾ ਲਾਉਂਦੇ ਨੈਸ਼ਨਲ ਐਂਥਮ ਤੇ, ਤੁਸੀਂ ਉਹੀ ਲੋਕ ਆ ਜਦੋਂ ਕਹਿੰਦੇ ਵੀ ਯਾਰ ਏਦਾਂ ਨੈਸ਼ਨਲ ਐਂਥਮ ਤੇ ਕਰਨਾ ਨਹੀਂ ਚਾਹੀਦਾ। ਤੁਸੀਂ ਜਿਹੜਾ ਇੱਥੇ ਧੱਕਾ ਹੋ ਰਿਹਾ ਉਸ ਦੇ ਉਲਟ ਜਦੋਂ ਕੋਈ ਬੋਲਦਾ, ਉਹਦੇ ਵਿੱਚ ਤੁਸੀਂ ਬੋਲਣ ਦੇ ਉਲਟ ਜਿਹੜਾ ਚਾਹੁੰਦੇ। ਅੱਜ ਤੁਸੀਂ ਈਰਾਨ ਵਰਗੇ ਮੁਲਕ ਦੇ
ਜਿਹੜਾ ਨਾਲ ਖੜੇ ਉਹ ਆ। ਨਾਲ ਜਿਹੜਾ ਉਹ ਖੜ ਰਹੇ ਆ ਉਸ ਚੀਜ਼ ਨੂੰ ਜਿਹੜੀ ਉਹ ਗੱਲ ਕਰ ਰਹੇ ਆ। ਹਾਂਜੀ ਸੋ ਇਹ ਚੀਜ਼ ਕਿੱਦਾਂ, ਸੋ ਬੜੇ ਜਾਣੇ ਜਿਹੜਾ ਸਮਾਂ ਆ ਉਹ ਚੀਜ਼ਾਂ ਨੂੰ ਜਿਹੜਾ ਉਹ ਖੋਲ ਕੇ ਮਤਲਬ ਰੱਖ ਦਿੰਦਾ। ਸੁਰਖੀਆਂ ਬਟੋਰ ਰਿਹਾ ਫੀਫਾ ਹਲੇ FIFA ਸ਼ੁਰੂਆਤ ਦੇ ਵਿੱਚ ਹੀ। ਮੈਚ ਦੇਖੋ 3 ਹੋ ਗਏ, ਚਰਚਾ ਉਹਦੀ ਕਿਤੇ ਨਹੀਂ। ਨਾ ਮੈਚਾਂ ਦੀ ਮੈਚਾਂ ਦੀ ਚਰਚਾ ਵਿਵਾਦਾਂ ਦੀ ਘੱਟ ਆ, ਚਰਚਾ ਪੂਰੀ ਹੈ। ਵਿਵਾਦਾਂ ਦੀ ਚਰਚਾ ਜਿਹੜੀ ਉਹ ਜ਼ਿਆਦੀ ਆ। ਹੂੰ, ਪਰ ਇਹ ਆ ਵੀ ਚਲੋ ਉਮੀਦ ਕਰਦੇ ਆ ਹੂੰ, ਵੀ ਜਿਹੜੀਆਂ ਗੇਮਸ ਆ ਉਹ ਹਾਂਜੀ। ਲੋਕਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਜ਼ਿਆਦਾ ਜੋੜਨ। ਹੂੰ, ਤੇ ਬਾਕੀ ਤੁਸੀਂ ਜਿਹੜਾ ਅਮਰੀਕਾ ਵਾਲਿਆਂ ਦੀ ਗੱਲ ਕੀਤੀ ਸੀ, ਉਹਨਾਂ ਦਾ ਵੀ ਅੱਜ ਮੈਚ ਸੀਗਾ ਵੇਲਜ਼ ਦੇ ਨਾਲ। ਜੀ। ਵੇਲਜ਼ ਜਿਹੜਾ ਮੁਲਕ ਇੰਗਲੈਂਡ ਦੇ ਨਾਲ ਹਾਂਜੀ ਦਾ ਜਿਹੜਾ ਉਹ ਮੁਲਕ ਜਿਹੜਾ ਹੈਗਾ ਆ 1-1 ਤੇ ਬਰਾਬਰ ਜਿਹੜਾ ਉਹ ਮੈਚ ਰਿਹਾ। ਜੀ। ਦੋਨਾਂ ਹੀ ਟੀਮਾਂ ਜਿਹੜੀਆਂ 1-1 ਗੋਲ ਕਰਕੇ ਡਰਾ ਜਿਹੜਾ ਉਹਨਾਂ ਨੇ ਖੇਡਿਆ। ਸੋ ਹੂੰ, ਪੁਆਇੰਟ ਜਿਹੜੇ ਉਹਨਾਂ ਨੇ ਉਸ ਦੇ ਵਿੱਚ ਸ਼ੇਅਰ ਕੀਤੇ ਹੈ। ਜੀ ਜੀ, ਕਈ ਵਾਰੀ ਮੈਂ ਇਹ ਗੱਲ ਵੇਖੀ ਰਾਜਕਰਨਵੀਰ ਸਿੰਘ ਜੀ ਕਿ ਹਾਕੀ ਨੂੰ ਆਪਣੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹਾਕੀ ਸਾਡੀ ਮਾਂ ਖੇਡ ਵਾਂਗੂ ਹੀ ਆ, ਹੈਗੀ ਆ ਹਨਾ। ਤੇ ਪਰ ਵੇਖਿਆ ਕਈ ਵਾਰੀ ਜਦੋਂ ਮੈਚ ਹੁੰਦਾ ਆਸਟ੍ਰੇਲੀਆ ਨਾਲ ਜਾਂ ਕਿਸੇ ਹੋਰ ਮੁਲਕ ਦੇ ਨਾਲ, ਹੁਣ ਜਿਹੜੇ ਭੈਣ ਭਰਾ ਆਸਟ੍ਰੇਲੀਆ ਬੈਠੇ ਆ, ਇੱਕ ਪਾਸੇ ਤਾਂ ਉਹਨਾਂ ਨੂੰ ਜਿਹੜਾ ਨੈਸ਼ਨ ਵਾਲਾ ਉਹ ਹੁੰਦਾ ਕਿ ਯਾਰ ਸਾਡੀ ਟੀਮ ਜਿੱਤੇ, ਦੂਜੇ ਪਾਸੇ ਉਹਨਾਂ ਨੂੰ ਐਂ ਹੁੰਦਾ ਯਾਰ ਸਾਡੇ ਹਾਕੀ ਵਾਲੇ ਜਿੱਤ ਜਾਣ। ਸੋ ਇਹੋ ਜਿਹੀ ਦੁਬਿਧਾ ਵੀ ਕਈ ਵਾਰੀ ਪੈਂਦੀ ਹੈ ਜਦੋਂ ਤੁਸੀਂ ਪ੍ਰਵਾਸ ਦੇ ਦੌਰ ਦੇ ਵਿੱਚੋਂ ਗੁਜ਼ਰਦੇ ਆ ਨਾ। ਫਿਰ ਤੁਹਾਨੂੰ ਇਹ ਜੇ ਇਮਤਿਹਾਨ ਹੀ ਸਮਝ ਲਓ ਕਿ ਤੁਸੀਂ ਇੱਕ ਸਪੀਡ ਤੁਹਾਡੀ ਉਹ ਹੈ ਜਿੱਥੇ ਤੁਸੀਂ ਰਹਿ ਰਹੇ ਹੋ, ਇੱਕ ਸਪੀਡ ਤੁਹਾਡੀ ਉਹ ਹੈ ਕਿ ਜਿੱਥੋਂ ਤੁਹਾਨੂੰ ਲਗਾਇਆ ਕਿ ਸਾਡੀ ਧਰਤੀ ਹੈ। ਸੋ ਇਹ ਵੀ ਚੀਜ਼ਾਂ ਕਈ ਵਾਰੀ ਬੰਦੇ ਨੂੰ ਜਿਹੜੇ ਦੁਬਿਧਾ ਦੇ ਵਿੱਚ ਤਾਂ ਪਾ ਦਿੰਦੀਆਂ। ਹਾਂਜੀ। ਸੋ ਪਰ ਇਹ ਆ ਵੀ ਇਸ ਗੇਮ ਦੇ ਜਿਹੜੇ ਫੈਨਸ ਨੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ, ਹਰ ਇੱਕ ਉਮਰ ਵਰਗ, ਹਰ ਇੱਕ ਚਾਹੇ ਬੰਦਾ ਹੈ ਚਾਹੇ ਬੁੜੀ ਆ, ਉਹ ਸਾਰੇ ਪਾਸੇ ਜਿਹੜੇ ਉਹ ਆਪਾਂ ਦੇਖਦੇ ਆ। ਤੇ ਬੜੀ ਵਧੀਆ ਜਿਹੜੀ ਉਹ ਚੀਜ਼ ਆ। ਤੇ ਗੇਮ ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਜੋੜੇ, ਇਹ ਇੱਕ ਆਪਾਂ ਉਮੀਦ ਹੀ ਜਿਹੜੀ ਇਸ ਚੀਜ਼ ਦੇ ਵਿੱਚ ਪ੍ਰਵੀਨ ਜਿਹੜੀ ਉਹ ਰੱਖਦੇ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਫੀਫਾ ਵਰਗੇ ਜਿਹੜੇ ਵਰਲਡ ਕੱਪ ਹੁੰਦੇ ਨੇ ਉਹ ਇਸ ਦੇ ਵਿੱਚ ਲੋਕਾਂ ਨੂੰ ਜਿਹੜਾ ਜੋੜਨ ਦਾ ਸਬੱਬ ਜਿਹੜਾ ਉਹ ਬਣਾ ਕੇ ਜਿਹੜਾ ਉਹ ਰੱਖਣ। ਕੀ ਹੋਊਗਾ, ਕਿੱਦਾਂ ਹੋਊਗਾ, ਕਤਰ ਦੀ ਮੇਜ਼ਬਾਨੀ ਦੇ ਉੱਤੇ ਕਿਵੇਂ ਆ ਕਿਵੇਂ ਨਹੀਂ ਆ, ਉਹ ਦੇਖਣ ਵਾਲੀ ਗੱਲ ਆ। ਕਈ ਤੱਕ ਤਾਂ ਜਦ ਪਗਾਈ ਆਉਂਦੇ ਆ ਆਪਦੀ। ਹਾਂਜੀ, ਨਹੀਂ ਜਿੱਥੇ ਹੁਣ ਤੱਕ ਪਗਾ ਲਈ ਤਾਂ ਉਹਨਾਂ ਨੇ ਗਾਂ ਵੀ ਪਗਾ ਹੀ ਲੈਣੀ ਹੈ। ਜਦੋਂ ਜਿਨ੍ਹਾਂ ਨੂੰ ਪਤਾ ਹੈ ਵੀ ਚੱਲਦਾ, ਹੁਣ ਮੇਜ਼ਬਾਨੀ ਥੋੜੀ ਹਟਾ ਦੇਣਗੇ ਜੀ। ਨਹੀਂ, ਏਡਾ ਜਿਹੜਾ ਹੁਣ ਕੱਪ ਆ ਉਹਨਾਂ ਦੇ ਵੀ ਪੈਸੇ ਲੱਗੇ ਆ, ਡਾਲਰ ਲੱਗੇ ਆ, ਇਹ ਉਹਨਾਂ ਨੂੰ ਪਤਾ। ਦੁੱਗਦੀ ਜਿਹੜੀ ਰਗ ਆ ਉਹਨਾਂ ਨੂੰ ਪਤਾ ਹੈ। ਕਤਰ ਵਾਲੇ ਵੀ ਸਮਝਦੇ ਆ, ਕੁਛ ਚੀਜ਼ ਉਹ ਛੱਡਣਗੇ, ਕੁਛ ਚੀਜ਼ ਉਹ ਛੱਡਣਗੇ। ਇਹ ਹੁਣ ਕਹਿੰਦੇ ਆ ਵੀ ਚਲੋ ਜਿੱਦਾਂ ਵੀ ਆ ਹੁਣ ਸਵੇਟਿਆ ਜਾਓ। ਹੁਣ ਜਿਹੜਾ ਭਾਣਾ ਵਰਤਿਆ ਆ, ਜਿਹੜਾ ਹੁਣ ਇਹ ਮੇਜ਼ਬਾਨੀ ਕਰ ਰਹੇ ਆ, ਉਹ ਤਾਂ ਹੁਣ ਕਰਨੀ ਹੋਈ ਆ, ਤਾਂ ਹੋਣੀ ਹੋਈ ਆ। ਸੋ ਹੁਣ ਦੇਖੋ, ਸੋ ਤਾਂ ਹੀ ਉੱਥੇ ਦੇਖੋ ਗਰਮ ਮੁਲਕ ਨੇ, ਇਸ ਲਈ ਠੰਡ ਦੇ ਦੌਰ ਦੇ ਵਿੱਚ ਜਿਹੜਾ ਵਰਲਡ ਕੱਪ ਆ ਉਹ ਇਸ ਟਾਈਮ ਹੋ ਰਿਹਾ। ਨਹੀਂ ਤਾਂ ਯੂਜਲੀ ਆਪਾਂ ਸਮਰਸ ਦੇ ਵਿੱਚ ਦੇਖਦੇ ਜਿਹੜੇ ਆ ਵੀ ਵਰਲਡ ਕੱਪ ਆ ਯੂਜਲੀ ਮਾਰਚ, ਜਿਹੜੇ ਜੂਨ ਜੁਲਾਈ ਇਹਨਾਂ ਮਹੀਨਿਆਂ ਦੇ ਇਰਦ ਗਿਰਦ ਜਿਹੜਾ ਉਹ ਰਹਿੰਦਾ ਹੁੰਦਾ। ਇੱਥੋਂ ਤੱਕ ਕਿ ਜਿਹੜੀਆਂ ਸਮਰ ਓਲੰਪਿਕਸ ਹੁੰਦੀਆਂ ਉਹ ਵੀ ਉੱਥੇ ਹੁੰਦੀਆਂ, ਪਰ ਇਹ ਸਭ ਨੂੰ ਪਤਾ ਵੀ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਸੋ ਇਸ ਦੇ ਚੱਲਦੇ ਆ ਜਿਹੜਾ ਕਤਰ ਦੇ ਵਿੱਚ ਜਿਹੜਾ ਵਰਲਡ ਕੱਪ ਉੱਥੇ ਖੇਡਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਓਵਰਆਲ ਕਿੱਦਾਂ ਦਾ ਰਹੂਗਾ, ਕਿਵੇਂ ਹੋਊਗਾ, ਉਹ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਰਵਾਂਗੇ। ਜੇ ਓਵਰਆਲ 4 ਮੈਚ ਹੋਏ ਜਿਹੜੇ, ਉਹਦਾ ਮੈਂ ਪ੍ਰਵੀਨ ਦੱਸਦਾ ਜਾਵਾਂ। ਪਹਿਲਾ ਮੈਚ ਜਿਹੜਾ ਇਕਵਾਡੋਰ ਨੇ 2-0 ਦੇ ਨਾਲ ਕਤਰ ਨੂੰ ਹਰਾ ਕੇ ਜਿੱਤਿਆ। ਦੂਸਰੀ ਗੇਮ ਜਿਹੜੀ ਈਰਾਨ ਤੇ ਇੰਗਲੈਂਡ ਦੀ ਸੀਗੀ, ਇੰਗਲੈਂਡ ਨੇ 6-2 ਦੇ ਨਾਲ ਉਹ ਮੈਚ ਜਿੱਤਿਆ ਆ। ਫਿਰ ਅੱਜ ਇੱਕ ਹੋਰ ਹੋਈ ਗੇਮ ਦੇ ਵਿੱਚ ਨੀਦਰਲੈਂਡ ਤੇ ਸੈਨੇਗਲ ਦਾ ਮੈਚ ਸੀਗਾ, ਨੀਦਰਲੈਂਡ 2-0 ਨਾਲ ਜਿੱਤਿਆ। ਤੇ ਅਖੀਰਲੇ ਮੈਚ ਅੱਜ ਦਾ ਜਿਹੜਾ ਸੀਗਾ USA ਤੇ ਵੇਲਜ਼ ਦੇ ਵਿੱਚ ਸੀਗਾ, USA ਤੇ ਬਰਾਬਰੀ 1-1 ਦੀ ਬਰਾਬਰੀ ਦੇ ਉੱਤੇ ਜਿਹੜਾ ਹੋ ਰਿਹਾ ਆ। ਇਸ ਉੱਤੇ ਤੁਸੀਂ ਵੀ ਜ਼ਰੂਰ ਇਸ ਵਰਲਡ ਕੱਪ ਦੇ ਵਿਵਾਦਾਂ ਨੂੰ ਲੈ ਕੇ, ਜਾਂ ਉਹ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਟੀਮ ਜਿਹੜੀ ਉਹ ਜਿੱਤੂਗੀ? ਕੱਲ ਅਰਜਨਟੀਨਾ ਦਾ ਆ, ਫਰਾਂਸ ਦਾ ਆ ਗੇਮ ਹੈਗੀ ਆ, ਮੈਕਸੀਕੋ ਦੀ ਗੇਮ ਹੈਗੀ ਆ। ਤੁਹਾਡਾ ਫੇਵਰਿਟ ਟੀਮ ਜਾਂ ਪਲੇਅਰ ਕਿਹੜਾ ਜਾਂ ਹੈਗਾ ਆ? ਜੇ ਤੁਸੀਂ ਦੱਸਣਾ ਚਾਹੁੰਦੇ, ਸ਼ੇਅਰ ਕਰਨਾ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਆ। ਨੰਬਰ 408 272 5200 408272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਰਾਜਕਰਨਵੀਰ ਸਿੰਘ ਜੀ ਬ੍ਰੇਕ ਤੋਂ ਪਾਰ ਫੀਫਾ ਦੇ ਬਾਰੇ ਕੁਝ ਹੋਰ ਅਹਿਮ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਫੀਫਾ ਵਰਲਡ ਕੱਪ ਦੇ ਬਾਰੇ। ਤੇ ਹੁਣ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਉਹ ਮਸਲਾ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਿਆ ਹੋਇਆ। 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹੈ ਤੇ ਉਸ ਸਮੇਂ ਉਸ ਦਿਨ ਨੂੰ ਲੈ ਕੇ ਭਗਵੰਤ ਮਾਨ ਨੇ ਕੁਝ ਖਾਸ ਗੱਲਾਂ ਬਾਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਨੇ। ਨਾਲ ਜੋੜਦੇ ਹਾਂ ਪਹਿਲਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਇਸ ਮਸਲੇ ਨੂੰ ਲੈ ਕੇ ਕਰਦੇ ਹਾਂ ਚਰਚਾ। ਰਾਜ ਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ। ਸੁਣਨ ਵਾਲੇ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਓ ਗੱਲਾਂ ਬਾਤਾਂ ਕਰਦੇ ਆ। ਫੀਫਾ ਵਰਲਡ ਕੱਪ ਦੀ ਆਪਾਂ ਗੱਲ ਕਰ ਰਹੇ ਸੀ ਤੇ ਜਿਹੜੇ ਸਨੀ ਗਰੇਵਾਲ ਹੁਣੀ ਦੱਸਦੇ ਆ, ਕਹਿੰਦੇ ਵੀ ਰੋਨਾਲਡੋ ਜਿਹੜੀ ਪੁਰਤਗਾਲ ਦਾ ਕਪਤਾਨ ਆ ਜੀ, ਉਹ ਤੇ ਮੁਬਾਪੇ ਫਰਾਂਸ ਦੀ ਟੀਮ ਦੇ ਵਿੱਚ ਜਿਹੜਾ ਇਹ ਰਿਹਾ, ਪਿਛਲੀ ਫਰਾਂਸ ਜੇਤੂ ਸੀਗਾ। ਹਾਂਜੀ ਤੇ ਨੇਮਰ ਜਿਹੜਾ ਆ ਉਹ ਬ੍ਰਾਜ਼ੀਲ ਦੀ ਜਿਹੜੀ ਟੀਮ ਦੇ ਵਿੱਚ ਆ, ਸੋ ਕਹਿੰਦੇ ਵੀ ਉਹਨਾਂ ਦੇ ਫੇਵਰੇਟ ਪਲੇਅਰ ਆ। ਮੁਹੰਮਦ ਨਦੀਮ ਹੁਣੀ ਕਹਿੰਦੇ ਆ ਵੀ ਸਾਡੀ USA ਦੀ ਜਿਹੜੀ ਟੀਮ ਆ ਉਹ ਇਸ ਵਾਰ ਜਿੱਤੇਗੀ, ਉਹਨਾਂ ਨੂੰ ਉਮੀਦ ਆ। ਅੱਜ ਵੇਲਜ਼ ਦੇ ਨਾਲ ਗੇਮ ਸੀਗੀ, ਪਹਿਲਾਂ ਲੀਡ ਕੀਤੀ ਇਹਨਾਂ ਨੇ 1-0 ਦੇ ਨਾਲ, ਪਰ ਅਖੀਰਲੇ ਕੁਝ ਮਿੰਟਾਂ ਦੇ ਵਿੱਚ ਫਿਰ ਇੱਕ ਪੈਨਲਟੀ ਜਿਹੜੀ ਆ ਉਹ ਦੂਜੀ ਟੀਮ ਨੂੰ ਵੇਲਜ਼ ਨੂੰ ਮਿਲੀ। ਇੱਥੇ ਗੈਰਥ ਬੇਲ ਬਹੁਤ ਤਗੜਾ ਪਲੇਅਰ ਆ ਉਹ ਫੁੱਟਬਾਲ ਦਾ, ਉਹ ਵੀ, ਤੇ ਉਹਨੇ ਫਿਰ ਇਹਨਾਂ ਦੇ ਖਿਲਾਫ ਗੋਲ ਕੀਤਾ ਤੇ ਮੈਚ ਜਿਹੜਾ ਉਹ ਬਰਾਬਰੀ ਤੇ ਜਾ ਕੇ ਜਾ ਛੁੱਟਿਆ ਸੀਗਾ। ਜੀ ਜੀ, ਕਿਸੇ ਕੋਲ ਨਹੀਂ ਵਕਤ ਹੈਗਾ 2-4 ਮਿੰਟ ਕੱਢ ਕੇ ਹਾਈਲਾਈਟਸ ਗੇਮ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਆ। ਉਹ ਜਿਹੜੇ YouTube ਵਗੈਰਾ ਤੇ Google ਤੇ ਜਾ ਕੇ ਤੁਸੀਂ ਸਰਚ ਕਰੋਗੇ ਤਾਂ ਦੇਖ ਲੈਂਦੇ ਆ। ਕਈਆਂ ਨੂੰ ਜਿਹੜਾ ਉਹ ਮੌਕਾ ਨਹੀਂ ਮਿਲਦਾ ਦੇਖਣ ਦਾ, ਪਰ ਇਹ ਬੜੀ ਦਿਲਚਸਪ ਬਹੁਤ ਵਧੀਆ ਜਿਹੜੀ ਦੇਖੋ ਜਿਹੜਾ ਰਾਜ ਕਰਨਵੀਰ ਸਿੰਘ ਜੀ ਜਿਹੜਾ ਅਸਲੀ ਨਜ਼ਾਰਾ ਹੈ ਉਹ ਤਾਂ ਗੇਮ ਨੂੰ ਸਾਰੀ ਨਹੀਂ ਦੇਖਣ ਦਾ। ਹਾਂਜੀ ਹਾਂਜੀ, ਉਹਦੇ ਨਾਲ ਦਾ ਤਾਂ ਹੈ ਨਹੀਂ ਗਾ ਕਿਤੇ ਵੀ, ਪਰ ਕਿਉਂਕਿ ਆਪਾਂ ਵੀ ਇਹਨਾਂ ਚੀਜ਼ਾਂ ਨਾਲ ਜੁੜੇ ਰਹੇ ਆ। ਪਰ ਕਿਉਂਕਿ ਹੁਣ ਇੱਥੇ ਭੱਜ ਦੌੜ ਹੈ ਜੀ ਹੈ ਕਿ ਕਈ ਵਾਰੀ ਤੁਹਾਨੂੰ ਹਾਈਲਾਈਟਸ ਦੇਖ ਕੇ ਸਾਰਨਾ ਪੈਂਦਾ। ਹਾਂਜੀ, ਇਦਾਂ ਵੀ ਤੁਹਾਡੇ ਪੈਸ਼ਨ ਅੱਜ ਕੱਲ ਨਾ ਉਹ ਤੁਹਾਨੂੰ ਚੇਂਜ ਕਰਨੇ ਪੈਂਦੇ ਇਹ ਇਦਾਂ ਹੀ ਆ ਸਮੇਂ ਦੀ ਪੂਰੀ ਗੇਮ ਇੱਥੇ ਰਹਿ ਕੇ। ਹਾਂਜੀ, ਇਦਾਂ ਮਤਲਬ ਦੇਖਣ ਵਾਲੇ ਦੇਖਦੇ ਨੇ, ਐਸਾ ਨਹੀਂ ਵੀ ਨਹੀਂ ਦੇਖੋ, ਵਕਤ ਆ ਉਹ ਜ਼ਰੂਰ ਦੇਖੇ, ਦੇਖੋ ਨਹੀਂ। ਜਿਵੇਂ ਲੰਘਿਆ ਕ੍ਰਿਕਟ ਵਰਲਡ ਕੱਪ ਸੀਗਾ T20 ਵਾਲਾ, ਉਹ ਇੱਥੇ 12:30 ਸ਼ੁਰੂ ਹੁੰਦਾ ਸੀ US ਦੇ ਟਾਈਮ ਦੇ ਮੁਤਾਬਕ, ਤੇ ਸਵੇਰੇ 3:30-4 ਵਜੇ, ਕਿਉਂਕਿ 3-4 ਘੰਟੇ ਦੀ ਉਹ ਗੇਮ ਆ ਤੇ ਉਹ ਖਤਮ ਹੁੰਦੀ ਸੀ। ਹੁਣ ਉਸ ਟਾਈਮ ਤਾਂ ਦੇਖਣਾ ਬਹੁਤ ਔਖਾ ਜਿਹਨੇ ਅਗਲੇ ਦਿਨ ਕੰਮ ਤੇ ਜਾਣਾ, ਪਰ ਫਿਰ ਉੱਥੇ ਤੁਹਾਨੂੰ ਉਹੀ ਆਪਸ਼ਨ ਹੈ ਕਿ ਹਾਈਲਾਈਟਸ ਦੇਖੋ ਤੇ ਗੇਮ ਦੇ ਬਾਰੇ ਕੀ ਕੁਝ ਹੋਇਆ ਤੁਸੀਂ ਜਾਣ ਲਓ ਬਸ। ਆਪਣੇ ਨਾਲ ਜੁੜੇ ਨੇ ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਏਦਾਂ ਲੱਗਦਾ ਵੀ ਸਾਡੇ ਦੋਨੇ ਭਰਾਵਾਂ ਨੂੰ ਬਹੁਤ ਸ਼ੌਕ ਆ ਵਰਲਡ ਕੱਪ ਦਾ, ਨਾਲ ਨੌਲੇਜ ਵੀ ਬਹੁਤ ਆ ਨਾ, ਤੁਸੀਂ ਜਦੋਂ ਗੱਲਾਂ ਕੀਤੀਆਂ ਜੀ। ਪਰ ਜਿੱਦਾਂ ਮੈਂ ਬਾਹਲਾ ਇੰਟਰਸਟ ਲਾਈਕ ਥੋੜਾ ਇੰਟਰਸਟ ਆ, ਜੇ ਮੇਰਾ ਪਹਿਲਾ ਟਾਈਮ ਹੋਵੇ ਮੈਂ ਦੇਖ ਲੈਂਦਾ ਹੁੰਦਾ। ਠੀਕ ਹੈ, ਆਪਾਂ ਨੂੰ ਇੱਕ ਚੀਜ਼ ਅਲੱਗ ਦੇਖਣ ਨੂੰ ਮਿਲਣੀ ਆ ਸਾਲ ਨਾਲ, ਜਿਹੜੀ ਆਪਾਂ ਪਿਛਲੇ ਵਰਲਡ ਕੱਪ ਚ ਦੇਖੀ ਨਹੀਂ ਹੈ ਨਾ ਜੀ। ਜਿੱਦਾਂ ਅੱਗੇ ਹਰੇਕ ਵਾਰੀ ਵਰਲਡ ਕੱਪ ਸਮਰ ਵਿੱਚ ਹੁੰਦਾ ਨਾ, ਦੇਖਦੇ ਆ ਨਾ, ਆਹ ਸਾਲ ਸਿਆਲ ਵਿੱਚ ਹੋਣ ਲੱਗਾ ਨਾ, ਇਹ ਬਹੁਤ ਡਿਫਰੈਂਸ ਆ ਕਰਕੇ। ਜਿੱਦਾਂ ਜਿਹੜਾ ਕੁਆਟਰ ਦਾ ਦੇਸ਼ ਆ, ਗਰਮੀਆਂ ਚ ਗਰਮੀ ਬਹੁਤ ਹੁੰਦੀ ਆ ਉੱਥੇ, ਤੁਹਾਨੂੰ ਪਤਾ ਉਹਦੇ ਟਿੱਬੇ ਆ ਨਾ, ਡੈਜ਼ਰਟ ਆ ਹਰਾ ਨਾ, ਫਿਰ ਤਾਂ ਹੀ ਨਹੀਂ ਮੇਰੇ ਖਿਆਲ ਸਮਰ ਵਿੱਚ ਜਿੱਦਾਂ ਵੀ ਗਰਮੀ ਬਹੁਤ ਨਹੀਂ ਸੀ, ਲੋਕਾਂ ਨੇ ਅਨਕੰਫਰਟੇਬਲ ਹੋ ਜਾਣਾ ਸੀਗਾ, ਜਿਹੜੇ ਅਟੈਂਡੈਂਸ ਵੀ ਜਿਹੜੇ ਫੈਨ ਹੋਣੇ ਸੀਗੇ, ਨਾਲੇ ਪਲੇਅਰਾਂ ਦੇ ਵੀ। ਨਾਲੇ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਕਰਪਸ਼ਨ ਦਾ ਬਹੁਤ ਜਿੱਦਾਂ ਆਪਾਂ ਸੁਣਨਾ ਮਿਲਦਾ, ਜਾਂ ਬਰਾਈਬਰੀ ਹੈ ਨਾ, ਆਈ ਥਿੰਕ ਇਹ ਵੀ ਹੋ ਸਕਦਾ ਨਾ। ਜਿੱਦਾਂ ਕੁਆਟਰ ਜਿਹੜਾ ਕੰਟਰੀ ਆ ਉਹ ਅਮੀਰ ਬਹੁਤ ਹੈ ਕੰਟਰੀ, ਮੇ ਵੀ ਉਹਨਾਂ ਨੇ ਜਿੱਦਾਂ ਆਪਾਂ ਕੋਈ ਪ੍ਰੂਫ ਹੈ ਨੀਗਾ, ਪਰ ਆਪਾਂ ਮੇ ਵੀ ਸ਼ੱਕ ਕਰ ਸਕਦੇ ਵੀ ਕੀ ਪਤਾ ਉਹਨਾਂ ਨੇ ਪੈਸੇ ਬਹੁਤ ਦਿੱਤੇ ਹੋ ਗਏ ਨਾ ਫੀਫਾ ਵਰਲਡ ਕੱਪ ਨੂੰ ਵੀ ਸਾਡੇ ਦੇਸ਼ ਵਿੱਚ ਨਾ ਸਿਆਲ ਨੂੰ ਵਰਲਡ ਕੱਪ ਕਰਾਓ ਰੈਦਰ ਦੈਨ ਸਮਰ ਵਰਲਡ ਕੱਪ ਕਰਾਉਣਾ ਜਾਂ ਹੋਰ ਦੇਸ਼ ਵਿੱਚ ਨਾ, ਕਿਉਂਕਿ ਇਹਨਾਂ ਦੀ ਕੋਈ ਏਡੀ ਵੀ ਨਹੀਂ ਆ ਵੀ ਬਹੁਤ ਤਗੜੀ ਟੀਮ ਆ ਜਿਹੜੀ ਸੌਕਰ ਦੀ ਹੋਵੇ, ਫੁੱਟਬਾਲ ਦੀ ਜਿਹੜੀ ਵੀ ਜਿਹਨੇ ਬਹੁਤ ਹੈਡਲਾਈਨ ਬਟੋਰੀਆਂ ਹੋਣ। ਬਟ ਇਹ ਆ ਇਸੇ ਗੱਲ ਦੇ ਵਿੱਚ ਮੈਂ ਐਡ ਕਰਦਾ ਜਾਵਾਂ। ਥੈਂਕ ਯੂ ਅਮਰਜੀਤ ਜੀ, ਆਪਣੀ ਕਾਲ ਦੇ ਲਈ ਤੁਹਾਡਾ ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਸੇ ਚੀਜ਼ ਨੂੰ ਮੈਂ ਐਡ ਕਰਦਾ ਜਾਵਾਂ, ਫੀਫਾ ਦਾ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਐਡਮਿਨਿਸਟ੍ਰੇਟਰ ਜਿਹੜਾ ਸੀਗਾ ਸੈਪ ਬਲੈਟਰ, ਇਹ ਉਸ ਟਾਈਮ ਬਹੁਤ ਕੰਟਰੋਵਰਸ਼ੀਅਲ ਫਿਗਰ ਸੀ। ਠੀਕ ਹੈ, ਜਿਹੜਾ 2015 ਦਾ ਜਿਹੜਾ ਬਰਾਈਬਰੀ ਵਾਲਾ ਸਕੈਂਡਲ ਜਿਹੜਾ ਇਹਨਾਂ ਰਿਸ਼ਵਤ ਦਾ ਜਿਹੜਾ ਸੀਗਾ, ਉਹ ਆਪ ਆਪਣੇ ਮੂੰਹੋਂ ਕਹਿੰਦਾ ਆ ਵੀ, ਕਹਿੰਦਾ ਵੀ ਇਹ ਬੜੀ ਗਲਤ ਚੋਇਸ ਸੀਗੀ, ਤੇ ਕਹਿੰਦਾ ਵੀ ਮੈਂ ਹੀ ਉਦੋਂ ਰਿਸਪੌਂਸਿਬਲ ਸੀਗਾ, ਪ੍ਰੈਜ਼ੀਡੈਂਟ ਮੈਂ ਉਸ ਟਾਈਮ ਦੇ ਉੱਤੇ ਸੀਗਾ, ਤੇ ਇਹ ਜਿਹੜੇ ਬਰਾਈਬਰੀ ਸਕੈਂਡਲ ਦੇ ਵਿੱਚੋਂ ਹੀ ਕਤਰ ਨੂੰ ਵਰਲਡ ਕੱਪ ਦੀ ਮੇਜ਼ਬਾਨੀ ਜਿਹੜੀ ਉਹ ਮਿਲੀ ਸੀਗੀ। ਤੇ ਉਹਨੇ ਰੀਸੈਂਟਲੀ ਕਿਹਾ ਸੀਗਾ ਵੀ ਸਿਲੈਕਸ਼ਨ ਜਿਹੜੀ ਹੋਈ ਆ ਕਤਰ ਦੀ ਉਹ ਗਲਤ ਹੋਈ ਆ, ਇਹ ਨਹੀਂ ਸੀ ਹੋਣੀ, ਇਹ ਮਿਸਟੇਕ ਸੀਗੀ, ਤੇ ਹੋਪਫੁਲੀ ਆਉਣ ਵਾਲੇ ਸਮੇਂ 'ਚ ਜਿਹੜੀ ਏਦਾਂ ਦੀ ਜਿਹੜੀ ਉਹ ਨਾ ਜਿਹੜੀ ਹੋਵੇ, ਕਿਉਂਕਿ ਜਿੱਦਾਂ ਇਨਫਰਾਸਟਰਕਚਰ ਤੇ ਉਹ ਸਾਰੀਆਂ ਚੀਜ਼ਾਂ ਵੀ ਇਸ ਦੇ ਨਾਲ ਜਿਹੜੀਆਂ ਉਹ ਜੁੜੀਆਂ ਆ। ਮਾਈਗ੍ਰੈਂਟ ਵਰਕਰਸ ਦੀ ਜਿਹੜੀ ਡੈਥ ਆ
ਉਸ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਜਿਹੜੀ ਉਹ ਜੁੜੀ ਆ। ਕਨੈਟੀਕਟ ਸਟੇਟ ਜਿਹੜਾ ਅਮਰੀਕਾ ਦਾ ਆ, 4471 ਸਕੁਅਰ ਮੀਲ ਦੇ ਕੁੱਲ ਵਰਗ ਆ ਇਹਦਾ, ਜਿਹੜਾ ਕਤਰ ਦਾ ਆ, ਤੇ ਉੱਥੇ ਵਰਲਡ ਕੱਪ ਜਿਹੜਾ ਉਹ ਹੋ ਰਿਹਾ ਆ। ਤੇ ਸੈਂਡੀ ਪਲੇਨ ਆ, ਜਿੱਦਾਂ ਕਿਹਾ ਵੀ ਰੇਗਿਸਤਾਨ ਵਰਗਾ ਜਿਹੜਾ ਉਹ ਹੈਗਾ ਆ, ਤੇ ਦੋਹਾ ਦੇ ਇਰਦ ਗਿਰਦ ਜਿਹੜੇ ਉੱਥੇ ਦੀ ਕੈਪੀਟਲ ਆ, ਉੱਥੇ ਬਹੁਤੇ ਲੋਕ ਜਿਹੜੇ ਉਹ ਰਹਿੰਦੇ ਆ। 2010 ਚ ਇਹਨਾਂ ਨੂੰ ਮੇਜ਼ਬਾਨੀ ਜਿਹੜੀ ਉਹ ਮਿਲ ਗਈ ਸੀਗੀ। ਸੋ 6500 ਮਾਈਗ੍ਰੈਂਟ ਵਰਕਰਸ 2021 ਦੀ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਦੱਸਦੇ ਆ, ਗਾਰਡੀਅਨ ਅਖਬਾਰ ਨੇ ਜਿਹੜੀ ਕੀਤੀ ਸੀਗੀ, ਵੀ ਉਹ ਸਭ ਤੋਂ ਵੱਧ ਭਾਰਤੀ ਮੂਲ ਦੇ ਜਿਹੜੇ ਕੰਮ ਉੱਥੋਂ ਦੀ ਮੌਤ ਹੋਈ ਸੀ ਇੱਥੇ ਜਿਹੜੇ ਕੰਮ ਕਰਨ ਦੇ ਲਈ। 5 ਜਿਹੜੀਆਂ ਏਸ਼ੀਅਨ ਕੰਟਰੀਜ਼ ਆ, ਉਹਨਾਂ ਦੇ ਕੰਮ ਇੱਥੇ ਬਹੁਤ ਜ਼ਿਆਦਾ ਕੰਮ ਕਰਦੇ ਨੇ, ਤੇ ਉਹਨਾਂ ਦੇ ਵਿੱਚ ਭਾਰਤੀ ਮੂਲ ਵਾਲੇ ਜਿਹੜੇ ਸਭ ਤੋਂ ਵੱਧ ਉਹਨਾਂ ਦੀਆਂ ਉੱਥੇ ਮੌਤਾਂ ਹੋਈਆਂ ਸੀਗੀਆਂ। ਐਕਸੀਡੈਂਟ, ਕਾਰ ਕਰੈਸ਼, ਸੁਸਾਈਡ ਤੇ ਹੋਰ ਇਹ ਸਾਰੀਆਂ ਹੀਟ ਦੇ ਵਿੱਚ ਕੰਮ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਉਹ ਹੋਇਆ ਸੀਗਾ। ਸੋ ਮੇਰੇ ਖਿਆਲ ਨਾਲ ਜਿਹੜੀਆਂ ਵੱਧ ਆਬਾਦੀ ਵਾਲੇ ਆ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇੱਥੋਂ ਬਹੁਤ ਸ਼ਾਇਦ ਕਹਿ ਸਕਦੇ ਆ ਕਿ ਬਰਮਾ ਤੋਂ ਵੀ ਸ਼ਾਇਦ ਉੱਥੋਂ ਵੀ ਬਹੁਤ ਲੇਬਰ ਜਿਹੜੀ ਆ ਜਾਂਦੀ ਆ ਉੱਥੇ। ਸੋ ਇਹ ਆ, ਚਲੋ ਪਰ ਇਹ ਆ ਵੀ ਚਲੋ ਆਪਾਂ ਉਮੀਦ ਕਰਦੇ ਆ ਵੀ ਭਾਈ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ, ਪਰ ਇਹ ਵਰਲਡ ਕੱਪ ਦੇ ਵਿੱਚ ਜਿਹੜੇ ਫੁੱਟਬਾਲ ਗੇਮ ਆ ਉਹ ਜੇਤੂ ਰਵੇ, ਇਹ ਇੱਕ ਜਿਹੜੀ ਜ਼ਿਆਦਾ ਜ਼ਰੂਰੀ ਇਸ ਚੀਜ਼ ਦੇ ਵਿੱਚ ਹੁਣ ਗੱਲ ਆ। ਫੈਨਸ ਜਿੱਥੇ ਉਹਨਾਂ ਨੂੰ ਰਹਿਣ ਨੂੰ ਥਾਂ ਦਿੱਤੀ ਗਈ ਆ, $200 ਦਿਹਾੜੀ ਦਾ ਕਹਿੰਦੇ ਵੀ ਉਹਨਾਂ ਦਾ ਖਰਚਾ ਜਿਹੜਾ ਉਹ ਲੱਗ ਰਿਹਾ ਆ, ਉਹ ਵੀ ਮਹਿੰਗਾ ਸੌਦਾ ਜਿਹੜਾ ਉਹ ਜਿਹੜਾ ਉਹ ਪੈ ਰਿਹਾ ਆ। ਉਹ ਜਿੱਥੋਂ ਮੇਨ ਕੰਪਲੈਕਸ ਹੈਗਾ ਉਹ ਤੋਂ 20 ਮਿੰਟ ਦੀ ਮੈਟਰੋ ਦੀ ਡਰਾਈਵ ਤੋਂ ਦੂਰ ਜਿਹੜਾ ਉਹਨਾਂ ਨੇ ਇਹਨਾਂ ਦਾ ਬਣਾਇਆ ਆ। ਤੰਬੂ ਲਾ ਕੇ ਥੱਲੇ ਇੱਕ ਕਹਿ ਲਓ ਵੀ ਕਾਲੀਨ ਜਿਹਾ ਜਿਹੜਾ ਵਿਛਾ ਕੇ ਤੇ 2-2 ਬੈੱਡ, ਬਹੁਤ ਬੇਸਿਕ ਅਮੈਨਿਟੀਜ਼ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਦੇ ਰਹੇ। ਬੜੇ ਸਵਾਲ ਨੇ, ਬੜੇ ਵਿਵਾਦ ਨੇ ਇਹ ਸਾਰੇ ਦੇ ਵਿੱਚ। ਉਹ ਤਾਂ ਬਹੁਤ ਅਮੀਰ ਮੁਲਕ ਆ, ਪਰ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਿਆ ਨਾ ਜਦੋਂ ਕਾਮਨਵੈਲਥ ਗੇਮ ਦਿੱਲੀ ਦੇ ਵਿੱਚ ਹੋਈਆਂ ਸੀ, ਤੇ ਉਹ ਕਾਂਗਰਸ ਵਾਲਾ ਕਿਹੜਾ ਸੀਗਾ, ਨਾਂ ਚੇਤਾ ਭੁੱਲ ਗਿਆ ਹੁਣ, ਸੁਰੇਸ਼ ਕਲਮਾਡੀ, ਸ਼ਾਇਦ ਹਨਾ, ਵੀ ਉਹ ਕਿੰਨਾ ਤੇ ਉਹਦੇ ਨਾਲ ਦਾ ਅਖੀਰਲੇ ਦਿਨ ਤੱਕ ਪੁੱਲ ਨਹੀਂ ਸੀ ਬਣੇ ਹੋਏ, ਕੀ ਕੁਛ ਜਿਹੜਾ ਉੱਥੇ ਉਹ ਚੱਲ ਰਿਹਾ ਸੀ। ਬਹੁਤ ਕੁਛ ਜਾਲੀ ਰੱਖਿਆ ਹੋਇਆ ਸੀ ਇਦਾਂ ਹੀ, ਮਤਲਬ ਜਿਹੜੇ ਟੇਬਲਾਂ ਦੀ ਥਾਂ ਤੇ ਗੱਤੇ ਲਾ ਦਿਓ, ਇਹ ਕਰ ਦਿਓ, ਮਤਲਬ ਇੱਥੋਂ ਤੱਕ ਕਿ ਕੰਮ ਚਲਾਇਆ ਸੀ। ਕਈ ਕੰਪਿਊਟਰਾਂ ਨੂੰ ਤੱਕ ਉਹਨਾਂ ਨੂੰ ਕਨੈਕਸ਼ਨ ਤੱਕ ਨਹੀਂ ਸੀ ਦਿੱਤੇ ਗਏ, ਉਹ ਮਤਲਬ ਏਦਾਂ ਹੀ ਰੱਖੇ ਹੋਏ ਸੀ ਵੀ ਕਿਸੇ ਕੰਪਿਊਟਰ ਏਜੰਸੀ ਤੋਂ ਮੰਗਵਾ ਲਏ, ਹਾਇਰ ਕਰਕੇ ਆ ਲੋ ਜੀ, ਇਨਫਰਾਸਟ੍ਰਕਚਰ ਖੜਾ ਕਰਤਾ, ਜਦ ਕਿ ਉਹ ਵਿੱਚੋਂ ਖੋਖਲਾ ਹੀ ਸੀਗਾ। ਸੋ ਇਸ ਤਰ੍ਹਾਂ ਦਾ ਵੀ ਉੱਥੇ ਕੰਮ ਕੀਤਾ ਗਿਆ ਸੀਗਾ। ਸੋ ਇਹ ਸਾਰਾ ਕੁਝ ਦੇਖੋ ਪ੍ਰਵੀਨ ਉੱਥੇ ਹੋਇਆ। ਹਿਊਮਨ ਰਾਈਟ ਵਾਲਿਆਂ ਨੇ ਚੰਗਾ ਜਿਹੜਾ ਇਹਨਾਂ ਦਾ 42 ਪੇਜਾਂ ਦੀ ਇੱਕ ਰਿਪੋਰਟ ਵੀ ਛਾਪੀ, ਇਹ ਸਾਰਾ ਕੁਝ ਜਿਹੜਾ ਉਹ ਹੋਇਆ। ਨਹੀਂ, ਵੱਡੀ ਗੱਲ ਆ ਵੀ ਇਹ ਸਾਰਾ ਕੁਝ ਜਿਹੜਾ ਉੱਥੇ ਹੋਇਆ। ਪਰ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਆ ਵੀ ਹੁਣ ਦੇਖੋ ਹੁਣ ਵਰਲਡ ਕੱਪ ਤਾਂ ਜਿਹੜਾ ਉਹ ਹੋ ਰਿਹਾ ਆ, ਤੇ ਜਿੱਦਾਂ ਮੈਂ ਕਿਹਾ ਵੀ ਮੈਨੂੰ ਇਹ ਹੁਣ ਮਨ ਦੇ ਵਿੱਚ ਇਹੀ ਤਮੰਨਾ ਵੀ ਭਾਈ ਗੇਮ ਜਿੱਤੇ ਇਸ ਪੂਰੇ ਮਾਮਲੇ ਦੇ ਵਿੱਚ। ਹੁਣ ਹੋਰ ਕੋਈ ਪੁੱਠਾ ਸਿੱਧਾ ਕਾਰਾ ਜਿਹੜਾ ਉੱਥੇ ਕੰਟਰੋਵਰਸੀ ਜਿਹੜੀ ਉਹ ਨਾ ਹੋਵੇ ਤਾਂ ਚੰਗੀ ਗੱਲ ਆ। ਸਨੀ ਜੁੜੇ ਨੇ ਆਪਣੇ ਨਾਲ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਚਲੋ ਜੋ ਚੱਲਦੀ ਆ ਇੱਧਰ ਕਤਰ ਚ ਜਿਹੜਾ ਇਹਨਾਂ ਦਾ ਚੱਲ ਰਿਹਾ ਉਹ ਤਾਂ ਚੱਲਦਾ, ਪਰ ਮੈਂ ਤਾਂ ਇਹੀ ਕਹਿਣਾ ਵੀ ਸਾਰਿਆਂ ਨੂੰ ਗੇਮ ਜ਼ਰੂਰ ਦੇਖਣੀ ਚਾਹੀਦੀ ਹੈ ਜੀ। ਬਿਲਕੁਲ। ਸਾਡੇ ਰੀਮਾਡਲਿੰਗ ਚੱਲਦੀ, ਸਾਡਾ ਤਾਂ ਟੀਵੀ ਲਾ ਕੇ ਰੱਖਿਆ ਹੈ, ਮੈਂ ਤਾਂ ਫੋਨ ਤੇ ਹੀ ਦੇਖਦਾ ਮਾੜੀ ਮੋਟੀ। ਜੀ ਬਿਲਕੁਲ। ਅੱਜ ਫਿਰ ਦੇਖੀ ਯੂਐਸ ਵਾਲੀ ਗੇਮ? ਦੇਖੀ, ਕਿਹੜੀ ਦੇਖੀ ਆ? ਨਹੀਂ, ਅੱਜ ਟਾਈਮ ਨਹੀਂ ਲੱਗਿਆ ਵੀਰੇ, ਰਾਤ ਨੂੰ ਦੇਖੂ ਹੁਣ ਮੈਂ। ਰਾਤ ਨੂੰ ਦੇਖਣਾ, ਠੀਕ ਹੈ। ਕਿਉਂਕਿ ਸਾਡਾ ਸਾਰਾ ਹੁਣ ਸਮਾਨ ਗਰਾਜ ਚ ਰੱਖਿਆ ਪਿਆ, ਸਾਰਾ ਕੁਝ ਟੀਵੀ ਟੂਵੀ ਲਾ ਕੇ ਰੀਮਾਡਲਿੰਗ ਕਰਕੇ। ਠੀਕ ਹੈ। ਮੈਂ ਤਾਂ ਇਹ ਕਹਿਣਾ ਵੀਰੇ, ਜਿਵੇਂ ਤੁਸੀਂ ਪੁੱਛਦੇ ਨਾ ਫੇਵਰੇਟ ਪਲੇਅਰ ਆਪਣੇ ਮੈਸੀ ਤੇ ਰੋਨਾਲਡੋ ਦਾ ਚੱਲਦਾ ਰਹਿੰਦਾ ਟਾਪ ਦਾ। ਉਹ ਬੰਦੇ ਜਿਹੜਾ ਰੋਨਾਲਡੋ ਦੇ ਲੋ ਕਿੰਨੇ ਗਰੀਬ ਘਰ ਤੋਂ ਸੀਗਾ ਹਨਾ, ਉਹਦੇ ਬੰਦੇ ਦੀ ਤਪੱਸਿਆ ਹੀ ਸੀ। ਬੰਦੇ ਨੇ ਆਪਦਾ ਨਾਂ ਏਦਾਂ ਦਾ ਬਣਾਇਆ, ਦੇਖ ਲਓ ਜਿਹਨੇ ਕੋਕ ਦੀ ਬੋਤਲ ਸਾਈਡ ਤੇ ਧਰਨ ਦਾ ਕਿੰਨੇ $1 ਬਿਲੀਅਨ ਦਾ ਘਾਟਾ ਪੈ ਗਿਆ ਸੀ। ਮਤਲਬ ਇਹ ਵੀ ਮਤਲਬ ਚਲੋ ਮੈਂ ਥੋੜਾ ਟਾਈਮ ਨਹੀਂ ਵੇਸਟ ਕਰਦਾ, ਪਰ ਮੈਂ ਦੱਸਣਾ ਸੀ ਵੀ ਮਤਲਬ ਇਹ ਵੀ ਦੇਖ ਲਓ ਬੰਦੇ ਦੀ ਹੁੰਦੀ ਆ ਵੀ ਕੋਕ ਦੀ ਬੋਤਲ ਸਾਈਡ ਤੇ ਧਰਨਾ ਕਿੰਨੇ $1 ਬਿਲੀਅਨ ਦਾ ਘਾਟਾ ਪਿਆ ਸੀ। ਹਾਂਜੀ ਬਿਲਕੁਲ। ਮੈਂ ਅੱਜ ਸ਼ਾਮ ਨੂੰ ਜ਼ਰੂਰ ਦੇਖੂ, ਤੇ ਥੈਂਕ ਯੂ ਤੁਹਾਡਾ ਵੀਰੇ ਅਪਡੇਟ ਕਰਨ ਲਈ ਹਨਾ। ਮੈਂ ਚਲੋ ਜੇਬ ਚ ਪਾਇਆ ਸੀ ਫੋਨ ਨਾਲ ਦੀ ਨਾਲ, ਚਲੋ ਸੁਣੀ ਜਾਂਦੇ ਆ। ਤੇ ਮੈਂ ਇਹੀ ਕਹਿਣਾ ਜ਼ਰੂਰ ਦੇਖੋ ਗੇਮ ਆ ਜੀ ਹਨਾ, ਜੋ ਆਲੇ ਦੁਆਲੇ ਚੱਲਦਾ ਉਹਨੇ ਇਗਨੋਰ ਕਰਕੇ ਜਿਹੜਾ ਇੰਜੋਇਮੈਂਟ ਆ ਉਹ ਤਾਂ ਆਪਾਂ ਨੂੰ ਹੋਣੀ ਚਾਹੀਦੀ ਆ, ਨਾਲੇ ਕਰਨੀ ਚਾਹੀਦੀ ਆ। ਹਾਂਜੀ, ਓਕੇ ਵੀਰੇ, ਥੈਂਕ ਯੂ ਸਨੀ, ਥੈਂਕ ਯੂ। 37 ਸਾਲਾਂ ਦਾ ਹੋ ਗਿਆ ਰੋਨਾਲਡੋ ਜੀ। ਇਸ ਟਾਈਮ ਮੁੜ ਦੁਬਾਰਾ ਮੈਨਚੈਸਟਰ ਯੂਨਾਈਟਿਡ ਦੇ ਵਿੱਚ ਜੁੜਿਆ ਆ। ਉੱਥੋਂ ਦੇ ਜਿਹੜੇ ਕੋਚ ਨੇ ਇਹਨੂੰ ਲੱਭਿਆ, ਕਿੱਥੇ ਤੱਕ ਪਹੁੰਚਾਇਆ, ਵੱਖ ਹੋਰ ਉਹਦੇ ਵਿੱਚ ਆਇਆ। ਰੀਸੈਂਟਲੀ ਕਦੇ ਇੰਟਰਵਿਊ ਜਿਹੜੀ ਉਹ ਆਈ ਪੀਟਸ ਮਾਰਗਨ ਜਿਹੜਾ ਹੈਗਾ ਆ ਉਹਦੇ ਨਾਲ,
ਤੇ ਉਹਦੇ ਵਿੱਚ ਉਹਨੇ ਇਹ ਦਾਅਵਾ ਕੀਤਾ ਵੀ ਮੈਨੂੰ ਉਸ ਕਲੱਬ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਨੇ ਤੇ ਉਹ ਹੁਣ ਕੰਟਰੋਵਰਸੀ ਬੜੀ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਬਿਲਕੁਲ। ਤੇ ਹੁਣ ਉਹ ਡਿਫੈਂਡ ਕਰ ਰਿਹਾ ਵੀ ਕਹਿੰਦਾ ਵੀ ਜਿਹੜੀ ਇਸ ਟਾਈਮ ਤੇ ਮੈਂ ਜਿਹੜੀ ਇੰਟਰਵਿਊ ਕੀਤੀ ਆ ਉਹਦੀ ਟਾਈਮਿੰਗ ਕੋਈ ਇਦਾਂ ਦੀ ਗਲਤ ਨਹੀਂ ਆ, ਮੈਂ ਆਪਣੇ ਮਨ ਦੀ ਗੱਲ ਜਿਹੜੀ ਇਸ ਦੇ ਵਿੱਚ ਰੱਖੀ ਹੈਗੀ ਆ। ਦੇਖੋ ਇਹ ਇੱਕ ਵਕਫਾ ਲੱਗਦਾ, ਇੱਕ ਟਾਈਮ ਲੱਗਦਾ, ਤੁਹਾਡੀ ਤਪੱਸਿਆ ਮਿਹਨਤ ਹੁੰਦੀ ਹੈ ਰਾਜ ਕਰਨਵੀਰ ਸਿੰਘ ਜੀ, ਕਿ ਉਸ ਤੋਂ ਬਾਅਦ ਤੁਹਾਡੀ ਬੋਲੀ ਹਰ ਇੱਕ ਗੱਲ ਹੈਡਲਾਈਨ ਹੀ ਹੈ। ਤੁਸੀਂ ਕੁਝ ਵੀ ਬੋਲੋ ਹੈਡਲਾਈਨ, ਮਤਲਬ ਤੁਸੀਂ ਇੱਕ ਐਸੇ ਮੁਕਾਮ ਨੂੰ ਹਾਸਲ ਕਰ ਲੈਂਦੇ ਹੋ, ਐਸੇ ਮੁਕਾਮ ਨੂੰ ਛੋਹ ਲੈਂਦੇ ਹੋ ਕਿ ਤੁਹਾਡੀ ਬੋਲੀ ਹਰ ਗੱਲ ਇੱਕ ਹੈਡਲਾਈਨ ਆ। ਤੇ ਦੂਜੀ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸੀ, ਅਸਲ ਦੇ ਵਿੱਚ ਖੇਡ ਨਾਲ ਪਿਆਰ ਹੀ ਇਹ ਐਸੀ ਚੀਜ਼ ਆ। ਮਤਲਬ ਇੱਕ ਕਾਲਰ ਆਪਣੇ ਪਹਿਲਾਂ ਵੀ ਅਮਰਜੀਤ ਸਿੰਘ ਉਹ ਕਹਿ ਰਹੇ ਸੀਗੇ ਕਈ ਵਾਰੀ ਜਦੋਂ ਨਿੱਕੇ ਹੁੰਦੇ ਸੀਗੇ, ਹੁਣ ਤਾਂ ਟਾਈਮ ਹੀ ਨਹੀਂ ਮਿਲਦਾ ਖੇਡਣ ਦਾ, ਜਦੋਂ ਨਿੱਕੇ ਹੁੰਦੇ ਸੀ ਐਤਵਾਰ ਨੂੰ ਸਾਰਾ ਦਿਨ ਖੇਡੀ ਜਾਣਾ ਤੇ ਸ਼ਾਮ ਨੂੰ ਘਰੋਂ ਗਾਲਾਂ ਪੈਣੀਆਂ, ਨਾਲੇ ਤਾਂ ਰੋਟੀ ਨਾ ਖਾਧੀ ਹੋਣੀ ਸਵੇਰ ਦੀ ਤੇ ਨਾਲੇ ਸਕੂਲ ਦਾ ਕੰਮ ਕਰਨਾ ਹੁੰਦਾ ਅਗਲੇ ਦਿਨ ਜਿਹੜਾ ਦਿੱਤਾ ਹੁੰਦਾ ਸੀ ਹੋਮਵਰਕ ਨਾ। ਸੋ ਉਹ ਦੌਰ ਬੜਾ ਯਾਦ ਆਉਂਦਾ ਮੈਨੂੰ। ਹੁਣ ਵੀ ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਕ੍ਰਿਕਟ ਦੀ ਕਮੈਂਟਰੀ ਬੜੀ ਸੁਣਨ ਦਾ ਮਤਲਬ ਬੜਾ ਸ਼ੌਕ ਹੁੰਦਾ ਸੀਗਾ। ਹਾਲੇ ਵੀ ਕਈ ਵਾਰੀ ਲਫ਼ਜ਼ ਤੁਹਾਡੇ ਤੁਰੇ ਜਾਂਦੇ ਨੇ ਕੰਨ ਦੇ ਵਿੱਚ ਪੈਂਦੇ ਜਦੋਂ ਤੁਸੀਂ ਕ੍ਰਿਕਟ ਦੇ ਬਾਰੇ ਕੋਈ ਖਬਰ ਪੜ੍ਹਦੇ ਨੇ ਨਾ। ਹਾਕੀ ਦੇ ਨਾਲ ਮੈਨੂੰ ਬੜਾ ਪਿਆਰ ਰਿਹਾ। ਹਾਕੀ ਹਾਲਾਂਕਿ ਖੇਡ ਨਹੀਂ ਸਕੇ ਕਿਸੇ ਵੀ ਤਰੀਕੇ ਨਾਲ, ਜੋ ਖੇਡੀ ਜਾਂ ਮਾੜੀ ਮੋਟੀ ਸਕੂਲ ਲੈਵਲ ਤੇ ਕਹਿ ਲਓ, ਉਹ ਤਾਂ ਪੂਰੇ ਰੂਲ ਵੀ ਤੁਹਾਨੂੰ ਨਹੀਂ ਪਤਾ ਹੁੰਦੇ। ਤੇ ਉਸ ਤੋਂ ਬਾਅਦ ਪਰ ਇਹ ਹੈ ਕਿ ਗੇਮ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਗੇਮ ਤੁਹਾਡੀ ਸ਼ਖਸੀਅਤ ਨੂੰ ਨਿਖਾਰਦੀ ਹੈ ਜੇ ਤੁਸੀਂ ਗੇਮ ਨੂੰ ਗੇਮ ਮੰਨ ਕੇ ਖੇਡਦੇ ਹੋ ਤਾਂ। ਜੀ ਬਿਲਕੁਲ। ਆਪਣੇ ਨਾਲ ਜੁੜੇ ਨੇ ਸਤਨਾਮ ਮਾਨਕੂ ਜੀ, ਇਹ ਇੱਥੇ ਸੌਕਰ ਕਲੱਬ ਦੇ ਕੋਚ ਦੇ ਵਜੋਂ ਤੇ ਉਹ ਸਾਰਾ ਕੁਝ ਕਰਦੇ ਆ। ਸੋ ਉਹਨਾਂ ਨਾਲ ਗੱਲਾਂ ਕਰਦੇ ਵੀ ਇਹ ਕਿੰਨੇ ਇਹਨਾਂ ਨੂੰ ਐਕਸਾਈਟਮੈਂਟ ਆ ਇਸ ਵਰਲਡ ਕੱਪ ਦੀ। ਹਾਂਜੀ ਸਤਨਾਮ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹਦਾ ਤਾਂ ਜੀ ਜਦੋਂ ਲਾਸਟ ਮੈਚ ਫਾਈਨਲ ਹੋ ਜਾਵੇ ਨਾ, ਫਿਰ ਅਗਲੇ 4 ਸਾਲਾਂ ਬਾਅਦ ਵੇਟ ਸ਼ੁਰੂ ਹੋ ਜਾਂਦੀ ਹੈ ਵੀ ਉਹ ਕਦੋਂ ਆਊਗਾ। ਹਾਂਜੀ ਹਾਂਜੀ ਇਦਾਂ ਹੀ ਵਰਲਡ ਕੱਪ ਹੈ ਨਾ। ਹਾਂਜੀ ਇਦਾਂ ਹੀ। ਤੇ ਬਾਕੀ ਹੁਣ ਕਿਹੜੀ ਟੀਮ ਜਿੱਤਦੀ ਆ ਹਜੇ ਤਾਂ ਬਹੁਤ ਦੂਰ ਆ। ਬਟ ਜਿਹੜਾ ਰੋਨਾਲਡੋ ਦੀ ਤੁਸੀਂ ਗੱਲ ਕਰਦੇ ਆ ਨਾ, ਪੋਰਚੁਗਲ ਦਾ ਜਿਹੜਾ ਹੀਰੋ ਆ, ਉਹ ਵਰਲਡ ਦਾ ਹੀਰੋ ਆ ਐਕਚੁਅਲੀ। ਉਹ ਮੈਂ ਜਦੋਂ ਨਾ ਉਹ ਪਹਿਲੀ ਵਾਰੀ ਉਹਨਾਂ ਨੇ ਯੂਨਾਈਟਿਡ ਨੇ ਇਹਨੂੰ ਪਿਕ ਕੀਤਾ ਨਾ ਇੰਗਲੈਂਡ ਦੀ ਟੀਮ ਨੇ, ਦੇਖੋ ਹੁਣ ਮੈਂ ਤੁਹਾਨੂੰ ਪਲੇਅਰਾਂ ਵਿੱਚ ਫਰਕ ਦੱਸਦਾ। ਜਦੋਂ ਇਸ ਬੰਦੇ ਨੂੰ ਦੇਖੋ ਕਿੰਨੇ ਪੈਸੇ ਮਿਲੇ ਹੋਣਗੇ ਜਦੋਂ ਇਹਨੂੰ ਚੱਕਿਆ ਹੋਊਗਾ ਨਾ। ਬਿਲਕੁਲ। ਜਦੋਂ ਇਹਦੇ ਨਾਲ ਦੇ ਵੀ ਪਲੇਅਰ ਚੱਕ ਹੋਏ ਕਈ, ਜਦੋਂ ਇਹ ਆਪਣੇ ਇਹਦੇ ਘਰ ਗਏ ਨਾ ਜਦੋਂ ਰਿਪੋਰਟਰ, ਤਾਂ ਇਹਦੇ ਘਰ 3 ਬੰਦੇ ਬੈਠੇ ਸੀਗੇ ਇਹਦੇ ਅਪਾਰਟਮੈਂਟ ਦੇ ਵਿੱਚ। ਪਤਾ ਕਿਹੜੇ ਜੀ? ਇੱਕ ਇਹਦਾ ਟ੍ਰੇਨਰ, ਇੱਕ ਇਹਦਾ ਕੋਚ ਤੇ ਇੱਕ ਇਹਦਾ ਕੁੱਕ। ਠੀਕ ਹੈ। ਇਸ ਬੰਦੇ ਨੇ ਵੱਡੀ ਸਾਰੀ ਕਾਰ ਨਹੀਂ ਲਈ ਜੀ, ਵੱਡਾ ਸਾਰਾ ਘਰ ਨਹੀਂ ਲਿਆ, ਤਾਂ ਹੀ ਹੁਣ 35-37 ਸਾਲਾਂ ਦਾ ਖੇਲੀ ਜਾਂਦਾ ਜੀ ਹਜੇ ਤੱਕ ਨਹੀਂ। ਤਾਂ ਜਿਹੜਾ ਇੱਕ ਸੌਕਰ ਪਲੇਅਰ ਹੁੰਦਾ ਨਾ, ਪ੍ਰੋਫੈਸ਼ਨਲ ਸੌਕਰ ਪਲੇਅਰ ਹੁੰਦਾ, ਉਹਦੀ ਉਮਰ 29 ਈਅਰਸ ਹੁੰਦੀ ਆ ਬਸ, ਜੇ ਐਵਰੇਜ ਦੇਖਿਆ ਜਾਵੇ ਤਾਂ। ਇਸ ਪਲੇਅਰ ਨੂੰ ਸਲੂਟ ਹੈ ਜੀ, ਔਰ ਏਦਾਂ ਦੇ ਪਲੇਅਰ ਹੋਣੇ ਚਾਹੀਦੇ ਆ। ਦੂਜਾ ਜਦੋਂ ਹੁਣ ਤੁਹਾਨੂੰ ਪਤਾ ਕਰੋਨਾ ਆਇਆ ਸੀ, ਇਹਦੇ ਹੋਟਲ ਬਹੁਤ ਹੈ ਜੀ, ਰੋਨਾਲਡੋ ਦੇ ਹੋਟਲ ਬਹੁਤ ਆ। ਇਹਨੇ ਸਾਰੇ ਆਪਣੇ ਹੋਟਲ ਜਿਹੜੇ ਆ ਹਸਪੀਟਲ ਦੇ ਵਿੱਚ ਚੇਂਜ ਕਰਤੇ, ਔਰ ਬਿਨਾਂ ਕਿਸੇ ਪੈਸੇ ਜੀ। ਇਹਨੂੰ ਸਟਾਰ ਕਹਿੰਦੇ ਆ ਜੀ। ਹੁਣੇ ਜਿੱਦਾਂ ਸ਼ਰਮਾ ਜੀ ਤੁਸੀਂ ਕਹਿੰਦੇ ਸੀ ਵੀ ਉਹਨੇ ਕੋਕ ਦੀਆਂ ਬੋਤਲਾਂ ਪਰੇ ਨੂੰ ਕਰਤੀਆਂ, ਤਾਂ ਇਹਦੇ ਲਈ ਤਾਂ ਜੀ ਉਹ ਰੋਨਾਲਡੋ ਹੀ ਬਣਨਾ ਪਊਗਾ, ਆਮ ਬੰਦਾ ਨਹੀਂ ਕਰ ਸਕਦਾ। ਜੀ ਨਹੀਂ ਤਾਂ ਬਿਲਕੁਲ ਜੀ, ਲੋਕੀ ਡੁੱਲ ਜਾਂਦੇ ਇਹਨਾਂ ਦੀ ਸਪਾਂਸਰਸ਼ਿਪ ਮਿਲੇ। ਪੈਸੇ ਇੰਨੇ ਦਿੰਦੇ ਆ, ਸਹੀ ਬਿਲਕੁਲ। ਤੁਸੀਂ ਗੱਲ ਕਰ ਹੀ ਸਕਦੇ ਨੇ ਇਹਨਾਂ ਮੂਹਰੇ, ਤੁਸੀਂ ਮੂੰਹ ਨਹੀਂ ਚੱਕ ਸਕਦੇ। ਜੀ ਬਿਲਕੁਲ, ਇਹ ਵੀ ਬੈਕਬੋਨ ਦਾ ਹੀ ਕੰਮ ਹੈ ਜੀ, ਰੀੜ ਦੀ ਹੱਡੀ ਹੋਣੀ ਜ਼ਰੂਰੀ। ਇਹਨਾਂ ਵਰਗੇ ਹੁਣ ਜਿੱਦਾਂ ਮੈਸੀ ਆ, ਨੀਮਾਰ ਆ, ਮਬਾਸੇ ਆ, ਇਹ ਹੁਣ ਇਹ 3 ਪਲੇਅਰ ਇੱਕ ਟੀਮ ਦੇ ਵਿੱਚ ਖੇਡ ਰਹੇ ਆ। ਉਦੋਂ ਤਾਂ ਆਪਾਂ ਦੇਖਦੇ ਆ ਵੀ ਉੱਥੇ ਇਹ ਕਿਉਂਕਿ ਵਰਲਡ ਦੇ ਟੌਪ ਦੇ ਪਲੇਅਰ ਟੀਮਾਂ ਚੱਕ ਲੈਂਦੀਆਂ ਨਾ ਜੀ, ਪਰ ਹੁਣ ਇੱਥੇ ਇੱਕ ਦੇਸ਼ ਦੇ ਪਲੇਅਰ ਆਉਣੇ ਆ, ਦੇਸ਼ ਦੇ। ਸਹੀ। ਉਹ ਨਾ ਉਹ ਇੱਕ ਕਲੱਬ ਤੇ ਇੱਕ ਪੂਰੇ ਦੇਸ਼ ਦੇ ਪਲੇਅਰ ਆਉਣੇ ਆ। ਉਹ ਫਿਰ ਟੀਮਾਂ ਕਈ ਜਿਹੜੀਆਂ ਟੀਮਾਂ ਹੁੰਦੀਆਂ, ਜਿੱਦਾਂ ਹੁਣ ਮੈਸੀ ਤੱਕ ਵਰਲਡ ਕੱਪ ਨਹੀਂ ਜਿੱਤ ਸਕਿਆ ਹਨਾ। ਸੋ ਉਹਨੂੰ ਫਿਰ ਟੀਮ ਵਿਚਾਰੇ ਨੂੰ ਮਾੜੀ ਮਿਲ ਜਾਂਦੀ ਹੈ ਜਦੋਂ ਉਹ ਕਲੱਬ ਦੇ ਵਿੱਚ ਉਹਨੂੰ ਉਹਦੀ ਮਨ ਦੇ ਪਸੰਦ ਦੇ ਪਲੇਅਰ ਆ ਜਾਂਦੇ। ਸੋ ਇਸ ਕਰਕੇ ਉਹ ਕਲੱਬ ਇੱਕ ਹੋਰ ਚੀਜ਼ ਹੈ। ਬਿਲਕੁਲ ਹਾਂਜੀ, ਕਲੱਬ ਬਿਲਕੁਲ ਹੋਰ ਚੀਜ਼ ਹੈ। ਜਿਹੜੀ ਜੋ ਕੰਟਰੀ ਇੱਕ ਦੂਜੇ ਨਾਲ ਲੜਦੇ ਆ, ਬਿਲਕੁਲ ਟੋਟਲੀ ਡਿਫਰੈਂਟ ਹੈ। ਬਿਲਕੁਲ ਸਹੀ।
ਥੈਂਕ ਯੂ ਸਨਾਮ ਇਸ ਜੀ। ਕਰਕੇ ਜੀ ਤੁਹਾਡਾ ਤੇ ਤੁਸੀਂ ਸਨਾਮ ਜੀ ਇਹ ਦੱਸੋ ਵੀ ਤੁਸੀਂ ਇਸ ਵਾਰ ਕਿਹੜੀ ਟੀਮ ਨੂੰ ਸੋਚ ਰਹੇ ਆ? ਸਪੋਰਟ ਕਰ ਰਹੇ ਆ। ਬੜੀ ਵੱਡੀ ਟੀਮ ਇਸ ਵਾਰ ਇਟਲੀ ਜਿਹੜੀ ਆ ਉਹ ਹੈਗੀ ਨਹੀਂ, ਵਰਲਡ ਕੱਪ ਕੁਆਲੀਫਾਈ ਨਹੀਂ ਵਿਚਾਰੇ ਕਰ ਸਕੇ ਇਸ ਵਾਰ। ਹਾਂਜੀ, ਇਹ ਤਾਂ ਵੈਸੇ ਜੀ ਬਹੁਤ ਜਿੱਦਾਂ ਨਾ ਉਹ ਬਾਹਰ ਹੋਇਆ, ਸਾਨੂੰ ਬੜਾ ਦੁੱਖ ਹੋਇਆ ਵਾ। ਜੀ ਇੱਕ ਬਹੁਤ ਵਧੀਆ ਟੀਮ ਜਿਹੜੀ ਆ ਨਾ ਉਹ ਬਾਹਰ ਹੋਈ। ਹਜੇ ਨਹੀਂ ਆਪਾਂ ਫੇਕ ਦਿਨ ਗੱਲ ਕਰਾਂਗੇ ਵੀ ਕੌਣ ਜਿੱਤੂਗਾ। ਠੀਕ ਹੈ ਜੀ, ਠੀਕ। ਉਦਾਂ ਤੁਹਾਨੂੰ ਕੀ, ਤੁਸੀਂ ਕਿਹੜੀ ਟੀਮ ਨੂੰ ਉਦਾਂ ਸਪੋਰਟ ਕਰ ਰਹੇ ਆ? ਤੁਸੀਂ ਮੈਨੂੰ ਰਹਿ ਨਹੀਂ ਬੜਾ ਔਖਾ ਹੋ ਗਿਆ। ਚਲੋ ਠੀਕ ਹੈ ਜੀ, ਠੀਕ ਹੈ ਸਤਨਾਮ ਜੀ, ਮਿਹਰਬਾਨੀ। ਚਲੋ 4 ਮੈਚ ਹੋਇਆ, ਪਰ ਹਾਂ ਉਹ ਜੇ ਤੁਸੀਂ ਕਹਿੰਦੇ ਨਾ ਟਾਈਮ ਨਹੀਂ ਲੱਗਦਾ ਐਕਚੁਅਲੀ ਦੇਖਣਾ। ਹੁਣ ਮੈਂ ਆਪਣਾ USA ਦਾ ਮੈਚ ਵੀ ਮੈਂ ਲਾਸਟ 15 ਮਿੰਟ ਦੇਖੀ ਜੋ ਪੈਨਲਟੀ ਮਿਲੀ ਆ। ਠੀਕ ਹੈ, ਅੱਛਾ ਬੇਲ ਨੇ ਜਦੋਂ ਠੀਕ ਹੈ। ਜਾਂ ਸਵੇਰੇ ਜਿਹੜਾ ਮੈਨੂੰ 10 ਮਿੰਟ ਦਾ ਸਵੇਰੇ ਦੇਖਣ ਦਾ ਮਿਲਿਆ ਜਿਹੜਾ ਸੈਨੇਗਲ ਤੇ ਨੀਦਰਲੈਂਡ ਦਾ। ਠੀਕ ਹੈ, ਸੈਨੇਗਲ ਹਾਂਜੀ ਨੀਦਰਲੈਂਡ ਦਾ ਹੋਇਆ। ਠੀਕ ਹੈ, ਚਲੋ ਜੀ ਜੀ, ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਇਹ ਖੁਮਾਰ ਹੈ ਰਾਜਕਰਮਵੀਰ ਸਿੰਘ ਜੀ। ਮੈਂ ਇੱਕ ਚੀਜ਼ ਦੇਖਦਾ ਸੀਗਾ, ਜਿਹੜੇ ਆਪਣੇ ਪੰਜਾਬੀ ਮੂਲ ਦੇ ਜਿਹੜੇ ਲੋਕ ਯੂਰਪ 'ਚ ਜਾ ਕੇ ਵਸੇ ਨਾ, ਉਹ ਸੌਕਰ ਦੇ ਫੁੱਟਬਾਲ ਦੇ ਲਾਗੇ ਸਭ ਤੋਂ ਜ਼ਿਆਦਾ ਜਿਹੜੇ ਹੋ ਰਹੇ। ਉਦਾਂ ਦਾ ਦੇਖੋ ਈਸਟ ਬਗਾਨ, ਮੋਹਨ ਬਗਾਨ ਤੇ ਮਹਿੰਦਰਾ ਹੋਰ ਬਹੁਤ ਟੀਮਾਂ ਜਿਹੜੀਆਂ ਹੈਗੀਆਂ ਨੇ ਉੱਥੇ ਇੰਡੀਆ ਦੇ ਵਿੱਚ ਵੀ ਜਿਹੜੀਆਂ ਸੀਗੀਆਂ, ਪਰ ਉਹ ਵਿਚਾਰੇ ਆਪਾਂ ਨੂੰ ਪਤਾ ਵੀ ਇੰਨੇ ਬਹੁਤ ਘੱਟ ਜਿਹੜੇ ਪਲੇਅਰ ਆ। ਮੈਨੂੰ ਸੁਨੀਲ ਛੇਤਰੀ ਵਰਗੇ ਜਾਂ ਕੁਝ ਥੋੜੇ ਜਿਹੇ ਜਿਹੜੇ ਪਲੇਅਰ ਆ ਜਿਨ੍ਹਾਂ ਨੇ ਮੈਂ ਵੀ ਥੋੜਾ ਬਹੁਤਾ ਨਾਮ ਜਿਹੜਾ ਉਸ ਦੇ ਵਿੱਚ ਜਿਹੜਾ ਖੱਟਿਆ। ਇਹ ਨਹੀਂ ਵੀ ਉੱਥੇ ਨਹੀਂ ਹੋਣਗੇ। ਆਪਣੇ ਹੁਣ ਪੰਜਾਬ ਦੇ ਪਿੰਡ ਹੱਲੂਵਾਲ ਵਰਗੇ ਤੇ ਮਾਲਪੁਰ ਵਰਗੇ ਤੇ ਹੋਰ ਇੱਧਰ ਹੁਸ਼ਿਆਰਪੁਰ ਵਾਲੇ ਬੜੇ ਨੇ ਜਿਹੜੇ ਫੁੱਟਬਾਲ ਦੇ ਵਿੱਚ ਤਗੜੇ ਉਹਨਾਂ ਨੇ ਪਲੇਅਰ ਦਿੱਤੇ, ਪਰ ਜਿਹੜਾ ਉਹਦੇ ਵਿੱਚੋਂ ਉੱਥੇ ਇੰਡੀਅਨ ਲੈਵਲ ਦੇ ਉੱਤੇ ਪਹੁੰਚਣਾ, ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਣਾ, ਉਹ ਜਿਹੜੀ ਕਿਤੇ ਆ। ਇੱਥੇ ਜ਼ਰੂਰ ਕੰਮ ਕਰਨ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ ਇਨਫਰਾਸਟ੍ਰਕਚਰ ਦੇ ਉੱਤੇ। ਤੇ ਮੈਰਾਡੋਨਾ ਵਰਗੇ ਪਲੇਅਰ ਵਿਚਾਰੇ ਹੈਂਡ ਆਫ ਗॉड ਦੇ ਨਾਲ ਮਸ਼ਹੂਰ ਸੀਗਾ, ਵੀ ਹੱਥ ਲੱਗਾ ਸੀਗਾ ਗੋਲ ਨੂੰ ਇੱਕ ਵਾਰੀ ਨਾ। ਤੇ ਉਹ ਡੇਵਿਡ ਬੈਕਹਮ ਦਾ ਇੱਕ ਗੋਲ ਜਿਹੜਾ ਹਾਫ ਤੋਂ ਉਹਨੇ ਕੀਤਾ ਸੀਗਾ ਅਰਜਨਟੀਨਾ ਦੇ ਖਿਲਾਫ, ਉਹ ਬੜਾ ਮਸ਼ਹੂਰ ਜਿਹੜਾ ਆ ਹੋ ਰਿਹਾ। ਬਹੁਤ ਤਗੜੇ ਜਿਹੜੇ ਪਲੇਅਰ ਆ ਉਹ ਇਸ ਦੇ ਵਿੱਚ ਰਹੇ ਆ। ਕਈ ਵਿਚਾਰੇ ਸਾਰੀ ਉਮਰ ਤਰਸਦੇ ਰਹਿ ਗਏ ਵੀ ਵਰਲਡ ਕੱਪ ਜਿਹੜਾ ਉਹ ਜਿੱਤ ਜੀਏ, ਰਹਿ ਗਏ ਨਹੀਂ ਜਿਹੜੇ ਉਹ ਰਹੇ। ਤਮੰਨਾ ਹੁੰਦੀ ਹੈ। ਦੇਖੋ ਜੀ, ਜਿਹੜਾ ਫੁੱਟਬਾਲ ਪਲੇਅਰ ਆ ਉਸੇ ਵਰਲਡ ਕੱਪ ਜਿੱਤਣ ਦੀ ਤਮੰਨਾ ਰਹਿਣੀ। ਪਿਛਲੇ ਦੀ ਬੜਾ ਉਲਟ ਫੇਰ ਹੋਇਆ। ਕ੍ਰੋਏਸ਼ੀਆ ਵਰਗੀ ਟੀਮ ਅੰਡਰਡੌਗਸ ਅਚਾਨਕ ਕਿੱਥੋਂ ਆਏ, ਵਰਲਡ ਕੱਪ ਫਾਈਨਲ ਤੱਕ ਪਹੁੰਚ ਗਏ ਫਰਾਂਸ ਦੇ ਉਲਟ। ਇੰਗਲੈਂਡ ਵਾਲੇ ਵਿਚਾਰੇ ਕਦੀ ਜਿੱਤੇ ਨਹੀਂ, ਜਿੱਥੇ ਮਤਲਬ ਇੰਨੀ ਮਨੀ ਸਪੈਂਡ ਜਿਹੜੀ ਆ ਉਹ ਕੀਤੀ ਜਾਂਦੀ ਆ, ਉਹ ਸੈਮੀਫਾਈਨਲ ਚ ਵਿਚਾਰੇ ਰਹਿ ਗਏ, ਕ੍ਰੋਏਸ਼ੀਆ ਤੋਂ ਹਾਰ ਗਏ ਪਿਛਲੀ ਵਾਰੀ। ਕਈ ਵਾਰੀ ਨਾ ਕਈ ਟੀਮਾਂ ਦੇ ਨਾਲ ਹੁੰਦੀ ਬੜੀ ਮਾੜੀ ਆ। ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਯੂਰਪ ਦੇ ਵਿੱਚ ਜਾਣ ਤੋਂ ਬਾਅਦ ਚ ਇੰਗਲੈਂਡ ਦੀ ਟੀਮ ਨੂੰ ਤਾਂ ਸਪੋਰਟ ਉਹ ਕਰਦੇ ਸੀਗੇ, ਪਰ ਉਹਨਾਂ ਨੂੰ ਪਤਾ ਸੀ ਵਿਚਾਰੇ ਕਦੀ ਜਿੱਤਦੇ ਨਹੀਂ, ਸੋ ਜਰਮਨੀ ਦੀ ਟੀਮ ਨੂੰ ਬਹੁਤ ਸਪੋਰਟ ਕਰਦੇ ਹੁੰਦੇ ਸੀ। ਜਰਮਨੀ ਵਾਲਿਆਂ ਨੂੰ ਬਹੁਤ ਸਪੋਰਟ ਆਪਣੇ ਜਿਹੜੇ ਪੰਜਾਬੀ ਆ ਲੋਕ ਜਿਹੜੇ ਉਹ ਉਸ ਟੀਮ ਨੂੰ ਜਿਹੜੇ ਉਹ ਕਰਦੇ ਰਹੇ। ਉਹਨਾਂ ਦੀ ਬਹੁਤ ਤਗੜੀ ਸਟਰੋਂਗ ਟੀਮ ਰਹੀ ਆ। ਸਭ ਨੂੰ ਉਹ ਸੈਮੀਫਾਈਨਲ ਮੈਚ ਅਜੇ ਤੱਕ ਚੇਤਾ ਹੋਣਾ ਜਦੋਂ ਉਹਨਾਂ ਨੇ 7-2 ਦੇ ਨਾਲ ਬ੍ਰਾਜ਼ੀਲ ਨੂੰ ਹਰਾਇਆ। ਬ੍ਰਾਜ਼ੀਲ ਦੇ ਵਿੱਚ ਵਰਲਡ ਕੱਪ ਖੇਡਿਆ ਜਾ ਰਿਹਾ ਸੀਗਾ। ਬ੍ਰਾਜ਼ੀਲ ਵਾਲਿਆਂ ਨੂੰ ਸਮਝ ਨਾ ਆਵੇ ਵੀ ਹੋ ਸਾਡੇ ਨਾਲ ਕੀ ਗਿਆ। ਉਹ ਮੈਨੂੰ ਯਾਦ ਆ ਕਿਉਂਕਿ ਗੇਮ ਮੈਂ ਸਟੂਡੀਓ 'ਚ ਬਹਿ ਕੇ ਦੇਖ ਰਿਹਾ ਸੀਗਾ ਉਦੋਂ। ਉਹ ਜਦੋਂ ਹੋਈ ਸੀਗੀ ਤੇ ਉਹ ਬਹੁਤ ਕਮਾਲ ਦੀ ਜਿਹੜੀ ਉਹ ਗੇਮ ਸੀਗੀ ਵੀ ਲਾਈਕ ਉਹ ਵਿਚਾਰੇ ਰੋਣ ਹਾਕੇ ਜਿਹੜੇ ਉਦੋਂ ਉਹ ਹੋ ਗਏ ਸੀ। ਬਿਲਕੁਲ ਏਡੀ ਵੱਡੀ ਟੀਮ ਤਗੜੇ ਪਲੇਅਰ ਤੇ ਜਰਮਨੀ ਵਾਲੇ ਅਚਾਨਕ ਆਏ 7 ਗੋਲ ਕਰਕੇ ਆ ਗਏ ਵਿਚਾਰੇ ਰਹਿੰਦੇ ਰਹਿ ਗਏ। ਇਹ ਮਿੱਟੀ 'ਚ ਰੁਲ ਜਾਣਾ ਹੁੰਦਾ ਟੀਮ, ਮਤਲਬ ਕਹਿੰਦੇ ਨਾ ਫਲਾਣੇ ਨੇ ਮਿੱਟੀ ਕਰਤਾ ਜਮਾ, ਉਹ ਚੀਜ਼ ਆ। ਜਦੋਂ ਸਤਨਾਮ ਜੀ ਗੱਲ ਕਰ ਰਹੇ ਸੀ ਨਾ, ਮੇਰੇ ਇੱਕ ਗੱਲ ਯਾਦ ਆ ਗਈ, ਹਾਸੀ ਵਾਲੀ ਆ। ਇਹ ਮਤਲਬ ਸਾਡੇ ਅਧਿਆਪਕ ਕਿਉਂਕਿ ਉਹ ਬੜੇ ਸਖਤ ਹੁੰਦੇ ਸੀ ਨਾ ਪਹਿਲਾਂ ਦੇ ਟਾਈਮ ਦੇ ਵਿੱਚ, ਉਹ ਗੱਲਾਂ ਨਹੀਂ ਸੀ ਕਰਦੇ। ਆਈ ਜਦੋਂ ਵਰਲਡ ਕੱਪ ਚੱਲਿਆ ਤੇ ਉਹ ਗੱਲੀ ਪੈ ਗਏ, ਮਤਲਬ ਮੁੰਡੇ ਬੈਠੇ ਸੀ ਭੁੰਜੇ ਗਰਾਊਂਡ ਦੇ ਵਿੱਚ, ਇੱਕ ਸਾਰਾ ਜਿਹੜੇ ਸੁਭਾਅ ਵਜੋਂ ਬੜੇ ਸਖਤ ਸੀਗੇ, ਉਹ ਗੱਲੀ ਪੈ ਗਏ। ਤੇ ਜਿਵੇਂ ਆਪਾਂ ਸਤਨਾਮ ਜੀ ਨੂੰ ਪੁੱਛ ਲਿਆ ਕਿ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ, ਤੇ ਉਹਨਾਂ ਟਾਈਮਾਂ ਦੇ ਵਿੱਚ ਨਾ ਆ ਬੁੱਕੀ ਤੇ ਸੱਟਾ ਇਹ ਬੜੇ ਚੱਲੇ ਸੀਗੇ ਉਦੋਂ। 2011 ਵਰਲਡ ਕੱਪ ਦੀ ਮੇਰੇ ਖਿਆਲ 'ਚ ਸ਼ਾਇਦ ਇਹ ਗੱਲ ਆ ਉਹਦੀ। ਤੇ ਉਹ ਮੁੰਡੇ ਨੇ ਪੁੱਛਣਾ ਸੀਗਾ ਏਦਾਂ ਵੀ ਸਰ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਜਾਂ ਤੁਸੀਂ ਕਿਹਨੂੰ, ਹਨਾ। ਕਹਿੰਦਾ ਸਰ ਤੁਸੀਂ ਕਿਹਦੇ ਤੇ ਪੈਸੇ ਲਾਏ ਆ? ਉਹ ਕਹਿੰਦਾ ਕੋਈ ਸ਼ਰਮ ਕਰ, ਤੈਨੂੰ ਮੈਂ ਪੈਸੇ ਲਾਉਣ ਵਾਲਾ ਦੀ। ਕਹਿੰਦਾ ਮੇਰਾ 10 ਸਾਲ ਦਾ ਐਕਸਪੀਰੀਅੰਸ ਹੋ ਗਿਆ ਕਾਲਜ ਦੇ ਵਿੱਚ ਪੜਾਉਂਦੇ ਦਾ, ਤੇ ਤੂੰ ਕਹਿੰਦਾ ਮੈਨੂੰ ਬੁੱਕੀ ਬਣਦਾ ਵਾ। ਤੇ ਉਹ ਮਤਲਬ ਕਈ ਚੀਜ਼ਾਂ ਸਹਿ ਸੁਭਾਅ ਨਿਕਲ ਜਾਂਦੀਆਂ, ਪਰ ਇਹ ਆ ਵੀ ਜਦੋਂ ਕੋਈ ਏਡਾ ਵੱਡਾ ਮਹਾਕੁੰਭ ਹੋਵੇ ਤੇ ਉਹਦੀ ਹਰ ਗਲੀ ਹਰ ਚੁਰਾਹੇ ਤੋਂ ਲੈ ਕੇ ਵਰਲਡ ਵਾਈਡ ਚਰਚਾ ਹੁੰਦੀ ਹੈ। ਜਿਉਂ ਇਹ ਲੀਗ ਮੈਚਾਂ ਤੋਂ ਬਾਅਦ ਚ ਗਰੁੱਪ ਸਟੇਜ ਤੋਂ ਬਾਅਦ ਦੇ ਵਿੱਚ ਜਦੋਂ ਛਾਂਟਣੀ ਸ਼ੁਰੂ ਹੋਣੀ ਹੈ ਨਾ, ਜਦੋਂ
ਰਾਊਂਡ ਆਫ 16, ਫਿਰ ਕੁਆਟਰ ਫਾਈਨਲ, ਫਿਰ ਸੈਮੀ, ਸੈਮੀ-ਫਾਈਨਲ, ਫਿਰ ਫਾਈਨਲ। ਹਾਂਜੀ ਫਿਰ ਜਦੋਂ ਤੱਕ ਉਹ ਟਾਈਮ ਆਉਂਦਾ ਫਿਰ ਹਰ ਇੱਕ ਦਾ ਜਿਹੜਾ ਉਹ ਜ਼ੋਰ ਲੱਗਾ ਹੁੰਦਾ। ਹੂੰ ਮੈਨੂੰ ਯਾਦ ਆ, ਹੁਣ ਮੈਨੂੰ ਅਚਾਨਕ ਕੋਈ ਗੱਲ ਚੇਤਾ ਆ ਗਈ, ਆਕਟੋਪਸ ਬੜਾ ਮਸ਼ਹੂਰ ਹੋਇਆ ਸੀ ਇੱਕ। ਹਾਂਜੀ 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 ਉਹ ਦੋ ਟੀਮਾਂ ਦੇ ਝੰਡੇ ਜੇ ਲਾ ਦਿੰਦੇ ਸੀਗੇ, ਤੇ ਆਕਟੋਪਸ ਜਿੱਧਰ ਕਰ ਰਿਹਾ ਸੀ ਵੀ ਜੀ ਉਹ ਮੈਚ ਜਿੱਦਾਂ ਜੀ ਭਵਿੱਖਬਾਣੀਆਂ ਕਰ ਰਹੇ ਸੀ। ਭਵਿੱਖਬਾਣੀ ਕਰ ਰਹੇ ਸੀ। ਇੱਕ ਵਾਰੀ ਤਾਂ ਇੰਨਾ ਹਾਵੀ ਹੋ ਗਿਆ ਸੀ ਉਹ ਲੋਕਾਂ ਦੇ ਉੱਤੇ ਵੀ ਉਹ ਗੇਮ ਅਲੱਗ ਰਹਿ ਗਈ ਸੀ, ਆਕਟੋਪਸ ਜ਼ਿਆਦਾ ਮਸ਼ਹੂਰ ਹੋ ਗਿਆ ਸੀ, ਤੇ ਇਵੈਂਚੁਅਲੀ ਫਾਈਨਲ ਦੇ ਵਿੱਚ ਉਹ ਗਲਤ ਹੋ ਗਿਆ ਸੀ। ਹਾਂ ਉਹ ਫਿਰ ਚਲੋ ਇੰਨਾ ਕਿ 2-3 ਸੱਚੀ ਵੀ ਹੋ ਗਏ, 2-3 ਸੱਚੀਆਂ ਵੀ ਜਿਹੜੀਆਂ ਹੋ ਗਈਆਂ ਸੀਗੀਆਂ। ਸੋ ਇਹ ਸੀਗੀ ਗੱਲ ਆਪਣੀ ਜਿਹੜੀ ਦੂਜੀ ਕਰਨੀ ਸੀ, ਉਹ ਰਹਿ ਗਈ ਵਿੱਚ, ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ, ਪਰ ਉਸ ਦੀ ਗੱਲ ਆਪਾਂ ਸ਼ੋਅ ਕੇ ਜ਼ਰੂਰ ਜਾਵਾਂਗੇ। ਹਾਂਜੀ, ਉੱਤੇ ਚਰਚਾ ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਕਰਾਂਗੇ। ਬਿਲਕੁਲ ਭਗਵੰਤ ਮਾਨ ਹੁਣਾਂ ਨੇ ਇੱਕ ਵਧੀਆ ਬਿਆਨ ਦਿੱਤਾ ਆ, ਅਸੀਂ ਚਲੋ ਉਸ ਦਾ ਸਵਾਗਤ ਕਰਦੇ ਹਾਂ, ਪਰ ਇਹ ਵੀ ਅਮਲ ਹੋਵੇ ਉਹਦੇ ਤੇ, ਕਿਉਂਕਿ ਪੰਜਾਬੀ ਮਾਂ ਬੋਲੀ ਦੇ ਲਿਖਣ ਦੇ ਉੱਤੇ, ਪੜ੍ਹਨ ਦੇ ਉੱਤੇ ਤੇ ਇਹ ਬੋਲਣ ਦੇ ਉੱਤੇ ਉਸ ਨੂੰ ਲੈ ਕੇ ਬੜਾ ਕੁਛ ਜਿਹੜਾ ਉੱਥੇ ਹੋ ਰਿਹਾ ਹੈ, ਉਸ ਨੂੰ ਥੱਲੇ ਨੂੰ ਧੱਕਿਆ ਜਾ ਰਿਹਾ। ਪਰ ਭਗਵੰਤ ਮਾਨ ਹੁਣਾਂ ਨੇ ਜਿਹੜਾ ਬਿਆਨ ਦਿੱਤਾ ਵੀ 21 ਤਰੀਕ ਤੱਕ ਉਹਨਾਂ ਨੇ ਅਪੀਲ ਕੀਤੀ ਹੈ ਸਾਰੇ ਪੰਜਾਬੀਆਂ ਨੂੰ, ਵੀ ਪੰਜਾਬ 'ਚ ਰਹਿਣ ਵਾਲਿਆਂ ਨੂੰ, ਵੀ ਜਿਹੜਾ ਵੀ ਤੁਸੀਂ ਚਾਹੇ ਕੋਈ ਹੱਟੀ ਕਰਦੇ ਆ, ਚਾਹੇ ਕੁਛ ਕਰਦੇ ਆ, ਕੋਈ ਵੀ ਦੁਕਾਨ ਆ ਜਾਂ ਕੋਈ ਵੀ ਤੁਹਾਡਾ ਨਾਮ ਬੋਰਡ ਲੱਗਾ ਆ, ਕਹਿੰਦੇ ਵੀ ਪਹਿਲੋਂ ਪਹਿਲ ਦੇ ਆਧਾਰ ਦੇ ਉੱਤੇ ਪੰਜਾਬੀ 'ਚ ਉੱਤੇ ਲਿਖੋ, ਬਾਕੀ ਦੂਜੇ ਨੰਬਰ ਤੇ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਲਿਖੋ, ਸਾਨੂੰ ਉਹਦੇ ਨਾਲ ਕਿਸੇ ਨਾਲ ਕੋਈ ਇਤਰਾਜ਼ ਨਹੀਂ। ਤੇ ਉਹ ਇੱਕ ਚੰਗੀ ਗੱਲ ਆ। ਤੇ ਸ਼ੁਰੂਆਤ ਇਹਨਾਂ ਨੂੰ ਆਪਣੇ ਇੱਕ ਜਿਹੜੇ ਕਹਿ ਲਓ ਵੀ ਇਹਨਾਂ ਨੇ ਬਣਾਏ ਹੋਏ ਉਹਦੇ ਤੋਂ ਕਰ ਲੈਣੀ ਚਾਹੀਦੀ, ਕਿਉਂਕਿ ਤੁਰੰਤ ਬਾਅਦ ਉਸ ਤੋਂ ਬਾਅਦ ਫੋਟੋਆਂ ਆ ਗਈਆਂ ਵੀ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਹਿੰਦੀ 'ਚ ਲਿਖਿਆ ਹੋਇਆ, ਉਹ ਵੀ ਇਹਨਾਂ ਨੂੰ ਜਿਹੜਾ ਉਹ ਚੇਂਜ ਕਰ ਦੇਣਾ ਚਾਹੀਦਾ। ਤੇ ਇੱਕ ਵਿਵਾਦ ਉੱਥੇ ਇੱਕ ਹੋਰ ਜਿਹੜਾ ਨਾਲ ਦੇ ਨਾਲ ਪ੍ਰਵੀਨ ਜਿਹੜਾ ਚੱਲ ਰਿਹਾ ਆ, ਵੀ ਜਿਹੜੇ CBSE ICSE ਬੋਰਡ ਦੇ ਜਿਹੜੇ ਸਕੂਲ ਆ, ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਉਹ ਚੱਲਦੇ ਨੇ, ਪਰ ਉੱਥੇ ਪੰਜਾਬੀ ਮਾਂ ਬੋਲੀ ਵਿੱਚ ਬੋਲਣ ਦੇ ਉੱਤੇ ਮਨਾਹੀ ਆ। ਉੱਥੇ ਰੋਕਾਂ ਨੇ, ਉੱਥੇ ਉਹਨਾਂ ਨੂੰ ਜਿਹੜੇ ਆ ਉਹ ਜੁਰਮਾਨੇ ਕੀਤੇ ਜਾਂਦੇ ਆ, ਵੀ ਉਹਦੇ ਉੱਤੇ ਵੀ ਜਿਹੜਾ ਥੋੜਾ ਇਹ ਸਟੈਂਡ ਲੈਣ। ਹੁਣ 21 ਫਰਵਰੀ ਜਿਹਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਜਾਂ ਜਿਹੜਾ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਵਜੋਂ ਜਿਹੜਾ ਮਨਾਇਆ ਜਾਂਦਾ ਆ, ਆਪਣੇ ਦੀ ਮਾਂ ਬੋਲੀ ਪੰਜਾਬੀ ਹੈ, ਸੋ ਆਪਾਂ ਪੰਜਾਬੀ ਨੂੰ ਤਰਜੀਹ ਦੇ ਕੇ ਉਹ ਕਰਦੇ ਹਾਂ। ਬਾਕੀ ਜਿਨ੍ਹਾਂ ਦੇ ਲਈ ਜਿਹੜੀ ਮਾਂ ਬੋਲੀ ਆ, ਉਹ ਬੰਦਾ ਉਸ ਨੂੰ ਮੁੱਖ ਤੌਰ ਦੇ ਉੱਤੇ ਰੱਖ ਕੇ ਜਿਹੜਾ ਉਹ ਕਰਦਾ ਆ, ਤੇ ਇਹ ਵਧੀਆ ਉਪਰਾਲਾ ਆ, ਵਧੀਆ ਬਿਆਨ ਆ। ਪਰ ਇਹ ਵੀ ਹੁਣ ਦੇਖਦੇ ਹਾਂ ਵੀ ਇੱਥੇ ਅਸਰ ਕਿੰਨਾ ਜਿਹੜਾ ਉਹ ਹੁੰਦਾ ਹੈ। ਨਹੀਂ, ਸਰਕਾਰ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਚਲੋ ਇਹ ਗੱਲ ਕਹੀ ਹੈ, ਬਹੁਤ ਚੰਗੀ ਗੱਲ ਆ, ਪਰ ਸਰਕਾਰ ਨੂੰ ਮਾਂ ਬੋਲੀ ਐਕਟ ਬਾਰੇ ਵੀ ਜ਼ਰੂਰ ਲਾਗੂ ਕਰਾਉਣਾ ਚਾਹੀਦਾ, ਜਿਹੜਾ ਵੱਡੀ ਜਿਹੜੀ ਗੱਲ ਆ, ਹਨਾ। ਤੁਹਾਡੇ ਮੁੱਖ ਸਕੱਤਰ ਦੀ ਪਲੇਟ ਦੇ ਉੱਤੇ ਹੁੰਦਾ ਚੀਫ ਸੈਕਟਰੀ, ਤੁਹਾਡੀਆਂ ਕਾਰਾਂ ਤੇ ਲਿਖਿਆ ਹੁੰਦਾ PB ਗਵਰਨਮੈਂਟ ਇੰਗਲਿਸ਼ ਦੇ ਵਿੱਚ, ਤੁਸੀਂ ਸਿੱਧਾ ਲਿਖੋ ਪੰਜਾਬ ਸਰਕਾਰ, ਹਨਾ। ਤੇ ਹਿੰਦੀ ਵਾਲੀ ਗੱਲ ਤਾਂ ਚਲੋ ਤੁਸੀਂ ਦੱਸ ਹੀ ਦਿੱਤੀ ਆ, ਪਰ ਪੰਜਾਬੀ ਸਰਕਾਰ ਦੇ ਸਰਕੂਲਰ ਆਉਂਦੇ ਇੰਗਲਿਸ਼ ਦੇ ਵਿੱਚ ਆਉਂਦੇ ਆ। ਕਿੰਨੀ ਆਬਾਦੀ ਸਾਡੀ ਇੰਗਲਿਸ਼ ਜਾਣਦੀ ਹੈ, ਹਨਾ। ਸੋ ਇਹ ਜ਼ਰੂਰੀ ਹੈ, ਸਰਕਾਰ ਪਹਿਲਾਂ ਆਪਦੇ ਤੋਂ ਸ਼ੁਰੂ ਕਰੇ, ਪ੍ਰਸ਼ਾਸਨਿਕ ਦਫ਼ਤਰਾਂ ਦੇ ਵਿੱਚ, ਲੋਕਲ ਜਿਹੜੇ ਆਮ ਅਦਾਲਤਾਂ ਦੇ ਵਿੱਚ, ਠੀਕ ਹੈ, ਉੱਥੇ, ਤੇ ਨਾਲੋਂ ਨਾਲ ਜਿਹੜਾ ਆਮ ਦਫ਼ਤਰੀ ਅਮਲਾ ਜਿਹਨੂੰ ਆਪਾਂ ਆਮ ਪ੍ਰਸ਼ਾਸਨ ਕਹਿ ਦਿੰਦੇ ਹਾਂ, DTO RTO ਤਹਿਸੀਲ, ਇੱਥੇ ਵੀ ਜ਼ਰੂਰੀ ਹੋਵੇ। ਹੁਣ ਜਦੋਂ ਇੱਕ ਮੁੱਢਲੀ ਰਿਪੋਰਟ ਲਿਖ ਲੈਂਦੇ ਹੋ ਤਾਂ ਪੰਜਾਬੀ ਦੇ ਵਿੱਚ ਦਰਜ ਕਰ ਲੈਂਦਾ ਹੌਲਦਾਰ ਮੋਟਾ, ਪਰ ਜਦੋਂ FIR ਕੱਟਣੀ ਉਹ ਤੁਹਾਡੀ ਇੰਗਲਿਸ਼ ਦੇ ਵਿੱਚ। ਸੋ ਬੇਸਿਕ, ਬਿਲਕੁਲ ਹੀ ਬੇਸਿਕ ਹੈ, ਛੋਟਾ ਜਿਹਾ ਕਾਨੂੰਨ ਦਾ ਕੰਮ ਆ, ਤੇ ਉੱਥੇ ਤੁਹਾਨੂੰ ਲਾਗੂ ਹੀ ਕਰਨਾ ਹੈ। ਐਕਟ ਤਾਂ ਹੈਗਾ, ਹਾਂ ਐਕਟ ਹੈਗਾ, ਲਾਗੂ ਕਰਨਾ ਤੁਸੀਂ ਉਹਨੂੰ ਸਖਤੀ ਦੇ ਨਾਲ। ਬੈਂਕਾਂ ਦੇ ਵਿੱਚ ਹੁਣ ਅਪੀਲ ਬੇਨਤੀ ਦੀ ਥਾਂ ਦੇ ਉੱਤੇ ਜਾਂ ਫਿਰ ਥੋੜਾ ਡੰਡਾ ਵੀ ਤਿੱਖਾ ਕਰੋ। ਨਹੀਂ, ਬਿਲਕੁਲ ਕਰਨਾ ਚਾਹੀਦਾ, ਬਿਲਕੁਲ ਲਾਜ਼ਮੀ ਹੈ। ਸਰਕਾਰਾਂ ਕੀ ਨਹੀਂ ਕਰ ਸਕਦੀਆਂ। ਹਾਂਜੀ, ਕਿਸੇ ਵੀ ਚੀਜ਼ ਨੂੰ ਵਧਾਉਣਾ, ਉਸ ਨੂੰ ਦੱਬਣਾ, ਕਿਹਨੂੰ ਉਭਾਰਨਾ, ਕਿਹਨੂੰ ਥੱਲੇ ਕਰਨਾ, ਹੱਥ 'ਚ ਹੈਗਾ, ਤੇ ਇਹ ਚੀਜ਼ ਵੱਲ ਧਿਆਨ ਜ਼ਰੂਰ। ਨਹੀਂ, ਜੇਕਰ ਸਰਕਾਰ ਦੇ ਨੁਮਾਇੰਦੇ ਦੇ ਸੋਹਣੀ ਪੱਗ ਬੰਨੀ ਹੈ, ਸੋਹਣੀ ਜਾਕਟ ਪਾਈ ਹੈ, ਤੇ ਉਹਦੀ ਵੀਡੀਓ ਚੰਗੇ ਮਿਊਜ਼ਿਕ ਬੈਕਗਰਾਉਂਡ ਲਾ ਕੇ ਤੇ ਸਲੋ ਮੋਸ਼ਨ 'ਚ ਚਲਾਈਆਂ ਜਾ ਸਕਦੀਆਂ, ਤੇ ਫਿਰ ਇਹ ਵੀ ਤਾਂ ਕੰਮ ਕੀਤੇ ਜਾ ਸਕਦੇ ਹਨ। ਮੈਂ ਗੁਰਮੁਖੀ ਦਾ ਬੇਟਾ ਗਾਣਾ ਲੱਗਦਾ ਆ, ਬਿਲਕੁਲ ਗਾਣਾ ਲੱਗਦਾ ਯਾਰ, ਸੋਹਣਾ ਲੱਗਦਾ, ਚਲੋ ਵਧੀਆ ਫੀਲ ਲੈਣਾ ਕੋਈ ਮਾੜਾ ਨਹੀਂ ਹੈ। ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਆ, ਛੋਟੀ ਗੱਲ ਨਹੀਂ ਹੈ, ਪਰ ਬਹੁਤ ਫਰਜ਼ ਨੇ। ਇਹ ਜਜ਼ਬਾ ਸਾਰਿਆਂ 'ਚ ਭਰਨ, ਹਾਂ, ਜਜ਼ਬਾ ਸਾਰੇ ਪ੍ਰਸ਼ਾਸਕੀ ਅਮਲੇ 'ਚ ਭਰਨ, ਲੋਕਲ ਪ੍ਰਸ਼ਾਸਨ ਦੇ ਵਿੱਚ ਭਰਨ। ਬੈਂਕਾਂ ਜਾਓ ਤੁਸੀਂ, ਕਿੱਥੇ ਓਪਨ ਕਲੋਜ਼, ਪੁੱਲ ਪੁਸ਼, ਇਹ ਆਮ ਸਾਡੀ ਗੱਲਬਾਤ ਬਣ ਗਈ ਹੈ, ਹਨਾ। ਤੁਸੀਂ ਜ਼ਰੂਰੀ ਕਰਦੇ ਕਿ ਭਾਈ ਪੁਸ਼ ਨਹੀਂ ਲਿਖਣਾ, ਪੁੱਲ ਨਹੀਂ ਲਿਖਣਾ, ਜਾਂ ਓਪਨ ਕਲੋਜ਼ ਨਾ ਦੇਖੋ ਤੁਸੀਂ, ਵੀ ਬੰਦ ਆ, ਖੁੱਲਾ ਆ, ਖਿੱਚੋ, ਧੱਕਾ ਮਾਰੋ। ਹਾਂ ਬਿਲਕੁਲ, ਕਿੱਡੀ ਕੁ ਚੀਜ਼ ਆ ਇਹ। ਸਾਡੇ ਛੋਟੇ ਤੋਂ ਛੋਟੇ ਦਫ਼ਤਰ ਚੱਲ ਜਾਓ ਤੁਸੀਂ, ਕਿਤੇ ਤੁਹਾਨੂੰ ਪੰਜਾਬੀ 'ਚ ਲਿਖਿਆ ਸ਼ਬਦ ਨਹੀਂ ਨਜ਼ਰ ਆਊ,
ਹਰ ਥਾਂ ਅੰਗਰੇਜ਼ੀ ਭਾਰੂ ਆ, ਹਰ ਥਾਂ ਅੰਗਰੇਜ਼ੀ। ਲਾਸਟ ਟਾਈਮ ਮੈਂ ਜਦੋਂ ਪ੍ਰਵੀਨ ਪੰਜਾਬ ਗਿਆ ਸੀ, ਪੰਜਾਬ ਐਂਡ ਸਿੰਧ ਬੈਂਕ ਜਾਣੀ ਜਾਂਦੀ ਸੀ ਆਪਣੀ ਪੰਜਾਬੀ ਦੇ ਲਈ, ਲਾਸਟ ਟਾਈਮ ਗਿਆ ਤੇ ਬੜਾ ਮਨ ਜਿਹੜਾ ਖੱਟਾ ਉੱਥੋਂ, ਪੰਜਾਬ ਐਂਡ ਸਿੰਧ ਬੈਂਕ ਵੇਖ ਲਓ ਤੁਸੀਂ, ਉਹਦੇ ਵਿੱਚ ਤਾਂ ਹੁਣ ਹਿੰਦੀ ਜਿਹੜੀ ਉਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਹੋ ਗਿਆ, ਪੰਜਾਬ ਐਂਡ ਸਿੰਧ ਹੋ ਗਿਆ, ਸਾਰਿਆਂ ਦੇ ਵਿੱਚ ਉਹ ਲੋਕਾਂ ਦੇ ਉੱਤੇ ਜਿਹੜਾ ਹੈ ਨਾ ਇੰਪੋਜੀਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ, ਧੱਕੇ ਨਾਲ ਥੋਪੀ ਜਿਹੜੀ ਉਹ ਜਾ ਰਹੀ ਹੈਗੀ ਆ, ਤੇ ਉਸ ਨੂੰ ਰੋਕਣ ਦੀ ਜ਼ਰੂਰਤ ਆ। ਆਮ ਲੋਕਾਂ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲਾਮਬੰਦੀ ਕਰਨੀ ਚਾਹੀਦੀ ਆ, ਉਹਨਾਂ ਨੂੰ ਵੀ ਰੀੜ ਦੀ ਹੱਡੀ ਜਿਹੜੀ ਇਸ ਚੀਜ਼ ਦੇ ਵਿੱਚ ਰੱਖਣੀ ਚਾਹੀਦੀ। ਮੈਨੂੰ ਯਾਦ ਆ ਤੁਸੀਂ ਜਦੋਂ ਕਾਫੀ ਵਰੇ ਪਹਿਲਾਂ, ਕਾਫੀ ਟਾਈਮ ਪਹਿਲਾਂ ਦੀ ਗੱਲ ਆ ਵੀ ਉਹ ਜਿਹੜੇ ਉਦੋਂ ਹਾਈਵੇ ਬਣਿਆ ਸੀਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡੇ ਵੱਲ, ਕਾਲੀ ਕੂਚੀ ਵਾਲਾ ਜਿਹੜਾ ਦੌਰ ਚੱਲਿਆ ਸੀ, ਉਹ ਸ਼ੁਰੂਆਤੀ ਦੌਰ ਦੀ ਗੱਲ ਆ। ਹਾਂ, ਉਦੋਂ ਤੁਸੀਂ ਉੱਥੇ ਸੀਗੇ, ਸੋ ਤੁਸੀਂ ਦੱਸੋ ਜੇ ਤੁਸੀਂ ਕੁਝ ਉਸ ਦੇ ਬਾਰੇ ਸ਼ੇਅਰ। ਹਾਂਜੀ, ਉਦੋਂ ਇਹ ਸੀਗਾ ਵੀ ਉਹ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਹਾਈਵੇ ਬਣਿਆ ਉਹ ਬਾਦਲ ਸਰਕਾਰ ਵੇਲੇ ਬਣਿਆ ਸੀਗਾ, ਤੇ ਉਦੋਂ ਪਹਿਲਾਂ ਸਾਰੀ ਜਿਹੜੀ ਉਹਦੇ ਤੇ ਜਿੰਨੀ ਵੀ ਹਦਾਇਤਾਂ ਲਿਖੀਆਂ ਸਾਰੀਆਂ ਪੰਜਾਬੀ ਦੇ ਵਿੱਚ ਸੀ। ਆਖਰੀ ਜਿੱਤੇ ਆ ਕੇ ਮੇਰੇ ਖਿਆਲ 2015-16 ਦੀ ਗੱਲ ਆ, ਤੇ ਉਦੋਂ ਖੁਮਾਰ ਚੜ ਗਿਆ ਜੀ ਹਿੰਦੀ ਦੇ ਵਿੱਚ ਕਰਨੀਆਂ, ਤੇ ਉਦੋਂ ਲੱਖਾ ਸਧਾਣਾ ਤੇ ਪਰਚੇ ਉਦੋਂ ਬਾਅਦ ਚ ਹੋਏ ਆ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਗੁਰਪ੍ਰੀਤ ਚੰਦ ਬਾਜਾ ਬਾਈ ਹੁਣੇ ਇਹ ਸਾਰੇ ਉਦੋਂ ਐਕਟਿਵ ਹੋਏ, ਬਲਤੇਜ ਪੰਨੂ ਜੀ ਉਹਦੇ ਐਕਟਿਵਿਸਟ ਸੀਗੇ, ਉਹ ਐਕਟਿਵ ਹੋਏ। ਤੇ ਪਰ ਉਹ ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਆਪਾਂ ਖਬਰਾਂ ਦੇ ਵਿੱਚ ਰਹਿੰਦੇ ਸੀ, ਤੇ ਉਹ ਕੁਦਰਤੀ ਇਹ ਹੋਇਆ ਕਿ ਲੰਘੇ ਵੀ ਜਾਂਦੇ ਸੀ, ਤੇ 2 ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਇਹ ਕਰ ਦਿੱਤਾ ਗਿਆ, 1 ਦਿਨ ਪਹਿਲਾਂ ਹੀ। ਤੇ ਅਸੀਂ ਉਧਰ ਨੂੰ ਕਿਤੇ ਰਿਕਾਰਡਿੰਗ ਕਰਨ ਚੱਲੇ ਸੀ, ਤੇ ਉਹ ਦੇਖ ਗਿਆ ਬੋਰਡ, ਫਿਰ ਉੱਥੇ ਲਾਈਵ ਹੋ ਕੇ ਫਿਰ ਸਰਕਾਰ ਨੂੰ ਉੱਥੇ ਥੋੜਾ ਜਿਹਾ ਸ਼ੀਸ਼ਾ ਵਿਖਾਇਆ ਸੀ। ਉਸ ਤੋਂ ਬਾਅਦ ਫਿਰ ਚੰਗਾ ਲੱਗਿਆ, ਲੋਕਾਂ ਨੇ ਕਾਫੀ ਇਹਦੀ ਪ੍ਰੇਜ਼ ਕੀਤੀ ਸੀ ਜੀ, ਕਿਉਂਕਿ ਤੁਹਾਡੇ ਕਈ ਕੰਮ ਨਾ ਤੁਹਾਡੀ ਉਹ ਦਿਸ਼ਾ ਤੈਅ ਕਰ ਦਿੰਦੇ, ਤੁਹਾਡੀ ਆਈਡੀਓਲੋਜੀ ਨਿਕਲ ਕੇ ਆਉਂਦੀ ਹੈ ਸਾਹਮਣੇ। ਇਹ ਆ ਵੀ ਹੁਣ ਕੱਲਾ ਭਾਈ ਹੱਲਾਸ਼ੇਰੀ ਨਾਲ ਨਹੀਂ ਸਰਨਾ, ਸਾਰਿਆਂ ਨੂੰ ਕਰਨਾ ਪੈਣਾ, ਸਾਰਿਆਂ ਨੂੰ ਕਰਨਾ ਪੈਣਾ। ਹਾਂਜੀ, ਕਿਉਂਕਿ ਉਹ ਬੇਸ਼ੱਕ ਮੇਰੇ ਖਿਆਲ ਲਾਈਵ ਤਾਂ ਸ਼ਾਇਦ ਉਹ ਵੀਡੀਓ ਫੁਟੇਜ ਤਾਂ 5 ਮਿੰਟ ਦੀ ਹੋਈ ਆ, ਪਰ ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਆ ਉਹ ਕਿਤੇ ਸਾਰਿਆਂ ਦੇ ਦਿਲਾਂ ਨੂੰ ਟੁੰਬੀ, ਤੇ ਉਸ ਤੋਂ ਬਾਅਦ ਫਿਰ ਬਹੁਤ ਵੱਡੀ ਮੁਹਿੰਮ ਚੱਲੀ, ਗ੍ਰਿਫਤਾਰੀਆਂ ਹੋਈਆਂ ਲੋਕਾਂ ਦੀਆਂ, ਪਰ ਅਲਟੀਮੇਟਲੀ ਉਹ ਚੀਜ਼ ਵਾਪਸ ਹੋਈ ਸੀ। ਜੀ ਜੀ ਬਿਲਕੁਲ। ਤੇ ਹੁਣ ਚਲੋ ਇਹ ਕਹਿ ਰਹੇ ਆ, ਤੇ ਉਹ ਆਪ ਵੀ ਕਰਕੇ ਦਿਖਾਉਣ, ਤੇ ਬਾਕੀ ਫਿਰ ਆਟੋਮੈਟਿਕਲੀ ਫਿਰ ਕਹਿੰਦੇ ਵੀ ਉਹ ਪਿੱਛੇ ਜਿਹੜੇ ਕੱਲ ਨੂੰ ਸਾਂਝੀ ਸਾਥ ਦੇ ਵਿੱਚ ਅਪਡੇਟ ਐਗਰੀਕਲਚਰ ਆਪਣਾ ਪ੍ਰੋਗਰਾਮ, ਮੰਗਲਵਾਰ ਅਪਡੇਟ ਫਾਰਮਿੰਗ, ਤੇ ਬੁੱਧਵਾਰ ਦੇ ਸ਼ੋਅ ਦੇ ਵਿੱਚ ਟਰੈਕਿੰਗ ਹੈ, ਤੇ ਇਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਵੀਰਵਾਰ ਨੂੰ ਜਦੋਂ ਵੀ ਸਮਾਂ ਮਿਲੇ, ਜਿਹੜਾ ਆਪਾਂ ਕਿਸੇ ਨੇ ਜਿਹੜਾ ਜ਼ਰੂਰ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ ਜੀ। ਕਿੱਦਾਂ ਇੰਪੋਜੀਸ਼ਨ ਚੱਲ ਰਹੀ ਆ, ਹਾਂਜੀ ਬਿਲਕੁਲ, ਕਿੱਦਾਂ ਆਪਾਂ ਜਿਹੜੇ ਹਮਲੇ ਮਾਰ ਸਕਦੇ ਆ, ਹਿਡਨ ਏਜੰਡਾਸ ਬਹੁਤ ਨੇ ਜੀ। ਇੱਥੇ ਲੈਣੇ ਜੀ ਹੁਣ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।